स्वागत पंजाबन टीवी देख रहे सारे दर्शकों का मैं मेघा प्रोग्राम आरोग जीवन दे विच स्वागत करदी हां। सर्दियों के मौसम दे विच सेहत दा खास तौर ते ध्यान रखना पैंदा है क्योंकि सर्दियों दे विच जे असीं अपनी सेहत दा ध्यान नहीं रखते तो बहुत सारियां छोटियां ते वड्डियां बीमारियां सानूं आके घेर लैंदियां। जदों सेहत दा ध्यान रखण दी असीं गल करदे हां ते गल इह वी हो जांदी है कि खाना पीना की है, खान पीन का खास ध्यान रखिए, फिर मौसम के अनुसार असी कपड़े पाइए, धुप सेकीए, ये सारिया गल्लां ध्यान देने वालियां ने, छोटिया छोटिया गल्लां ने बट बड़े फायदे ने। यही गलबात करन लई यानी इस खास विषय ते कि सर्दियों के मौसम दे विच साडा खान पीन किस तरह का होना चाहिए कि किस तरह असी ठंड तो अपना बचा रखना है। खास गलबात करने लिए स्टूडियो के विच मेरे नाल मौजूद ने डॉक्टर पुनीत सैंबी जी। बहुत बहुत इन्हां दा पंजाबन टीवी के स्टूडियो के विच स्वागत करते हैं। शुरुआत करते हैं प्रोग्राम की। सब तो पहला डॉक्टर साहब, जिस तरह मैं दर्शकों को दस्सिया कि अज खास इस अंक के विच असीं गल करांगे कि सर्दियों के मौसम के विच साडा खान पीन किस तरह का होना चाहिए तो किस तरह सेहत की असीं संभाल करनी है। पर उस तो भी पहला तुहाडे तो ये जानांगे कि वात पित्त कफ दोष की है ते आयुर्वेदा इस बारे विस्तार दे विच की कहंदा है। आयुर्वेद ਦੇ ਵਿੱਚ ਤਿੰਨ ਤਰ੍ਹਾਂ ਦੇ ਦੋਸ਼ ਪਾਏ ਗਏ ਨੇ, ਵਾਤ ਪਿੱਤ ਕਫ। ਜਿੰਨੀ ਵੀ ਆਪਾਂ ਡੇਲੀ ਬੇਸਿਸ ਤੇ ਮੂਵਮੈਂਟ ਕਰਦੇ, ਸਾਡੀ ਬਾਡੀ ਦੀ ਜਿੰਨੀ ਵੀ ਮੂਵਮੈਂਟਸ ਹੁੰਦੀਆਂ ਉਹ ਇਹ ਤਿੰਨ ਦੋਸ਼ਾਂ ਦੇ ਕਰਕੇ ਹੁੰਦੀਆਂ। ਜਿੱਦਾਂ ਆਪਾਂ ਆਈਜ਼ ਬਲਿੰਕ ਕਰ ਰਹੇ ਹਾਂ, ਇਹ ਵੀ ਦੋਸ਼ ਵਾਤ ਦੋਸ਼ ਕਰਕੇ ਹੋ ਰਹੀ ਹੈ। ਅਗਰ ਆਪਾਂ ਗੱਲ ਕਰੀਏ ਅਸੀਂ ਖਾਣਾ ਖਾਂਦੇ ਹਾਂ, ਜਿਹੜਾ ਸਾਡਾ ਖਾਣਾ ਡਾਈਜੈਸਟ ਹੋ ਰਿਹਾ ਵਾ ਉਹ ਪਿੱਤ ਦੋਸ਼ ਕਰਕੇ ਹੋ ਰਹੀ ਹੈ। ਜਿਹੜੇ ਸਾਡੇ ਜੁਆਇੰਟਸ ਦੇ ਵਿੱਚ ਜਿਹੜਾ ਫਲੂਇਡ ਆ, ਜਿਹੜੀ ਫਲੂਇਡ ਦੀ ਮੂਵਮੈਂਟ ਹੁੰਦੀ ਆ ਉਹ ਵੀ ਸਾਡੀ ਕਫ ਦੋਸ਼ਾਂ ਕਰਕੇ ਹੁੰਦੀ ਪਈ। ਸੋ ਜਿੰਨੀਆਂ ਵੀ ਮੂਵਮੈਂਟਸ ਆ ਸਾਡੀ ਬਾਡੀ ਦੇ ਵਿੱਚ, ਜੋ ਵੀ ਅਸੀਂ ਕਰ ਰਹੇ ਹਾਂ, ਇਵਨ ਜਿਹੜੀ ਹਾਰਟ ਬੀਟ ਵੀ ਹੋ ਰਹੀ ਆ ਉਹ ਵੀ ਸਾਡੀ ਦੋਸ਼ ਕਰਕੇ ਹੋ ਰਹੀ ਹੈ। ਜਿਹੜੇ ਵਾਤ ਪਿੱਤ कफ आ, ये तीन साडे पिलर्स आयुर्वेद दे। अच्छा, मतलब ये तीन जो भी साडे बॉडी दे विच चेंजेस हुंदी है या कोई सानू प्रॉब्लम हुंदी है ओदे विच वात पित्त ते कफ दोष, क्योंकि अगर तिन्ना विचों एक भी दोष जड़ा ना आउट ऑफ बैलेंस हो जांदा ते सानू विकार आके घेरदा। अगर ये तिन्ने दोष बैलेंस रहिंदे ते साडी बॉडी एक हेल्दी फॉर्म च रहिंदी है, मूवमेंट चलदी रहिंदी है। अगर तिन्ना विचों एक भी दोष आउट ऑफ बैलेंस हो जांदा ते साडी बॉडी दे विच डिजीज आके सानू घेर लैंदी है। बिल्कुल ठीक गल है। ते डॉक्टर साहब जिस तरह सर्दियों के मौसम की हुण गल करांगे ते सर्दियों के मौसम दे विच किहड़ा जिहड़ा दोष है ਉਹ ਜ਼ਿਆਦਾ ਮਤਲਬ ਤੁਸੀਂ ਦੇਖਦੇ ਹੋ ਮਰੀਜ਼ਾਂ ਦੇ ਵਿੱਚ? ਜਿੱਦਾਂ ਕਿ ਸਭ ਨੂੰ ਪਤਾ ਹੀ ਹੈ, ਜਿੱਦਾਂ ਕਿ ਸਰਦੀ ਹੁੰਦੀ ਹੈ ਤੇ ਸਭ ਨੂੰ ਕੋਲਡ ਹੋ ਜਾਂਦਾ, ਕਫ ਹੋ ਜਾਂਦਾ, ਰੇਸ਼ਾ ਹੋ ਜਾਂਦਾ ਤੇ ਅੰਡਰਸਟੂਡ ਆ ਕਿ ਕਫ ਜਿਹੜਾ ਦੋਸ਼ ਆ ਉਹ ਐਗਰੀਵੇਟ ਹੋ ਜਾਂਦਾ, ਮਤਲਬ ਵੱਧ ਜਾਂਦਾ। ਕਫ ਦੋਸ਼ ਵਧਣ ਦੇ ਨਾਲ ਕੀ ਹੁੰਦਾ ਕਿ ਸਾਨੂੰ ਗਲੇ ਦੇ ਵਿੱਚ ਲੱਗਦਾ ਕਿ ਖਰਾਸ਼ ਆਣੀ ਸ਼ੁਰੂ ਹੁੰਦੀ, ਕੋਲਡ ਕਫ, ਨਜ਼ਲਾ ਬੜੀ ਜਲਦੀ ਹੋ ਜਾਂਦਾ ਤੇ ਨਾਲ ਹੀ ਇਹਦੇ ਨਾਲ ਇਹ ਹੁੰਦਾ ਕਿ ਵਾਤ ਦੋਸ਼ ਨਾ এনवायरमेंट ਵਿੱਚ ਵਧਿਆ ਹੁੰਦਾ ਕਿਉਂਕਿ ਡਰਾਈਨੈਸ ਆਈ ਹੁੰਦੀ ਹੈ ਤੇ ਵਾਤ ਤੇ ਜਿਹੜਾ ਕਫ ਦੋਸ਼ ਹੈ ਐਗਰੀਵੇਟਡ ਹੋ ਜਾਂਦਾ। ਦੋਨੇ ਜਿਹੜੇ ਦੋਸ਼ ਹੈ ਵੱਧ ਜਾਂਦੇ ਆ। ਜੀ ਜੀ, ਇਹ ਜਿਹੜੇ ਦੋਸ਼ ਵੱਧ ਜਾਂਦੇ ਜਿਹਦੇ ਕਰਕੇ ਸਾਨੂੰ ਜ਼ੁਕਾਮ ਹੋ ਜਾਂਦਾ। ਤੇ ਸਰਦੀਆਂ ਦੇ ਵਿੱਚ ਅਸੀਂ ਖਾਸ ਤੌਰ ਤੇ ਦੇਖਿਆ ਹੈ ਕਿ ਜ਼ੁਕਾਮ ਦੀ ਬੜੀ ਪ੍ਰੋਬਲਮ ਰਹਿੰਦੀ ਹੈ, ਚਾਹੇ ਬੱਚਿਆਂ ਦੀ ਗੱਲ ਕਰੀਏ, ਵੱਡਿਆਂ ਦੀ ਜਾਂ ਬਜ਼ੁਰਗਾਂ ਦੀ। ਤੇ ਕਿਉਂ ਹੋ ਜਾਂਦਾ ਇੱਕਦਮ ਜਦੋਂ ਹਵਾ ਦੇ ਵਿੱਚ ਜਾਂਦੇ ਆ ਤੇ ਬਾਅਦ ਚੋਂ ਇਦਾਂ ਲੱਗਦਾ ਹੈ ਕਿ ਕੋਲਡ ਹੋ ਗਿਆ ਕਾਫੀ? ਹਾਂਜੀ, ਉਹ ਇਸੇ ਕਰਕੇ ਹੁੰਦਾ ਕਿਉਂਕਿ ਸਰਦੀ ਦੇ ਵਿੱਚ ਜਿਹੜਾ ਕਫ ਆ ਨਾ ਉਹ ਐਗਰੀਵੇਟਡ ਹੁੰਦਾ, ਬਾਡੀ ਦੇ ਵਿੱਚ ਕਫ ਐਗਰੀਵੇਟਡ ਹੁੰਦਾ ਤੇ এনवायरमेंट ਵਿੱਚ ਵਾਤ ਐਗਰੀਵੇਟਡ ਹੁੰਦੀ, ਮਤਲਬ ਹਵਾ ਬਹੁਤ ਜ਼ਿਆਦਾ ਹੁੰਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਕਫ ਦੇ ਕਰਕੇ ਤੁਹਾਨੂੰ ਕੋਲਡ ਹੋ ਜਾਂਦਾ ਤੇ ਤੁਹਾਨੂੰ ਜਿਹੜੀ ਵਾਤ ਹੁੰਦੀ ਆ ਉਹਦੇ ਨਾਲ ਤੁਹਾਨੂੰ ਚਿਲਸ ਆਉਂਦੀਆਂ। ਚਿਲਸ ਕਰਕੇ ਵੀ ਤੁਹਾਨੂੰ ਕੋਲਡ ਫੀਵਰ ਇਹ ਪ੍ਰੋਬਲਮ ਤੁਹਾਨੂੰ ਨਾ ਆ ਜਾਂਦੀਆਂ ਨੇ, ਆ ਜਾਂਦੀ ਹੈ। ਤੇ ਜੇ ਜ਼ੁਕਾਮ ਹੋ ਜਾਵੇ ਤੇ ਘਰੇਲੂ ਉਪਚਾਰ ਅਸੀਂ ਕੀ ਕਰ ਸਕਦੇ ਹਾਂ? ਕਿੱਦਾਂ ਮਤਲਬ ਮੈਡੀਸਿਨਸ ਖਾਣ ਤੋਂ ਪਹਿਲਾਂ ਹੀ ਕੀ ਅਸੀਂ ਕਿੱਦਾਂ ਠੀਕ ਹੋ ਸਕਦੇ ਹਾਂ? ਬਿਲਕੁਲ, ਤੁਸੀਂ ਆਪਣੀ ਹੋਮ ਰੈਮੇਡੀਜ਼ ਦੇ ਨਾਲ ਉਹਨੂੰ ਸਬਸਾਈਡ ਕਰ ਸਕਦੇ ਹੋ। ਤੁਸੀਂ ਸਿਨੇਮਨ ਜਿਹੜਾ ਵਾ ਉਹਨੂੰ ਤੁਸੀਂ ਲੈ ਸਕਦੇ ਹੋ, ਉਹਦਾ ਕਾੜਾ ਬਣਾ ਕੇ ਸਿਨੇਮਨ ਲੈ ਸਕਦੇ ਹੋ, ਜਿਹਨੂੰ ਆਪਾਂ ਦਾਲਚੀਨੀ ਕਹਿੰਦੇ ਹਾਂ। ਅਸੀਂ ਦਾਲਚੀਨੀ ਕਹਿੰਦੇ ਆ। ਤੁਸੀਂ ਤੁਲਸੀ ਦਾ ਕਾੜਾ ਬਣਾ ਕੇ ਲੈ ਸਕਦੇ ਹੋ, ਤੁਲਸੀ ਦੇ ਵਿੱਚ ਸ਼ਹਿਦ ਪਾ ਕੇ ਤੁਸੀਂ ਉਹਦਾ ਕਾੜਾ ਬਣਾ ਕੇ ਲੈ ਸਕਦੇ ਹੋ। ਤੁਸੀਂ ਬੇਸਨ ਦਾ ਸ਼ੀਰਾ ਲੈ ਸਕਦੇ ਹੋ, ਬੇਸਨ ਨੂੰ ਤੁਸੀਂ ਘਿਓ ਦੇ ਵਿੱਚ ਭੁੰਨ ਕੇ ਤੁਸੀਂ ਉਹ ਲੈ ਸਕਦੇ ਹੋ। ਉਹ ਬਹੁਤ ਕਹਿ ਲਓ ਕਿ ਰਾਮਬਨ ਇਲਾਜ ਹੈ ਕੋਲਡ ਵਿੱਚ ਤੇ ਆਮ ਸਭ ਨੂੰ ਪਤਾ ਵੀ ਹੈਗਾ ਹੈ, ਠੀਕ ਆ। ਤੇ ਤੁਸੀਂ ਹੋਰ ਜਿੰਜਰ ਦੇ ਵਿੱਚ ਹਨੀ ਪਾ ਕੇ ਤੁਸੀਂ ਲੈ ਸਕਦੇ ਹੋ, ਉਹਦੇ ਨਾਲ ਵੀ ਤੁਹਾਡੀ ਇਹ ਪ੍ਰੋਬਲਮ ਸਬਸਾਈਡ ਹੋ ਸਕਦੀ ਹੈ। ਮਤਲਬ ਡਾਕਟਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਆਪਣੀ ਹੋਮ ਰੈਮੇਡੀਜ਼ ਦੇ ਨਾਲ ਹੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ। ਜੀ, ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਗੱਲ ਕੀਤਾ ਕਿ ਜ਼ੁਕਾਮ ਹੈ ਤੇ ਅਸੀਂ ਇਹ ਰੈਮੇਡੀਜ਼ ਘਰ ਸਾਨੂੰ ਕਰ ਲੈਣੀਆਂ ਚਾਹੀਦੀਆਂ। ਇਸ ਤਰ੍ਹਾਂ ਖਾਂਸੀ ਵੀ ਹੋ ਜਾਂਦੀ ਹੈ ਨਾ, ਪਹਿਲੇ ਥੋੜੀ ਥੋੜੀ ਹੁੰਦੀ ਹੈ, ਕਈਆਂ ਨੂੰ ਸੁੱਕੀ ਖਾਂਸੀ ਹੋ ਜਾਂਦੀ ਹੈ, ਕਈ ਸ਼ਿਕਾਇਤ ਕਰਦੇ ਨੇ ਕਿ ਕਫ ਵੀ ਸਾਡੀ ਖਾਂਸੀ ਆਂਦੀ ਹੈ ਤੇ ਇਹਦੇ ਲਈ ਕੀ ਅਸੀਂ ਉਪਚਾਰ ਕਰ ਸਕਦੇ ਹਾਂ? ਇਹਦੇ ਵਾਸਤੇ ਤੁਸੀਂ ਸਭ ਤੋਂ ਵਧੀਆ ਇਲਾਜ ਹੈ ਕਿ ਤੁਸੀਂ ਮੁਲੱਠੀ ਆਂਦੀ ਜਿਹਨੂੰ ਅਸੀਂ ਲਿਕੋਰਸ ਦੇ ਨਾਮ ਨਾਲ ਜਾਣਦੇ ਹਾਂ, ਉਹਨੂੰ ਸਵੀਟ ਵੁੱਡ ਵੀ ਕਹਿੰਦੇ ਆ। ਤੁਸੀਂ ਮੁਲੱਠੀ ਦੇ ਵਿੱਚ ਸ਼ਹਿਦ ਪਾ ਕੇ ਲੈ ਸਕਦੇ। ਮੁਲੱਠੀ ਦਾ ਚੂਰਨ ਆਂਦਾ, ਤੁਸੀਂ ਇੱਕ ਟੇਬਲ ਸਪੂਨ ਨਾਲ ਤੁਸੀਂ ਇੱਕ ਟੇਬਲ ਸਪੂਨ ਸ਼ਹਿਦ ਲੈ ਕੇ ਤੁਸੀਂ ਉਹ ਲੈ ਸਕਦੇ ਹੋ, ਉਹਦੇ ਨਾਲ ਵੀ ਫਰਕ ਪੈ ਜਾਂਦਾ। ਫਿਰ ਤੁਸੀਂ ਜਿਹੜੀ ਸੁੰਡ ਆਂਦੀ ਹੈ, ਸੌਂਠ ਹੁੰਦੀ ਹੈ, ਤੁਸੀਂ ਸੁੰਡ ਨੂੰ ਵੀ ਤੁਸੀਂ ਚਾਹੇ ਦੁੱਧ ਦੀ ਫਾਰਮ 'ਚ ਦੁੱਧ ਵਿੱਚ ਪਾ ਕੇ ਲੈ ਲਓ ਜਾਂ ਤੁਸੀਂ ਚਾਹ ਦੇ ਵਿੱਚ ਪਾ ਕੇ ਲੈ ਲਓ। ਉਹਦੇ ਨਾਲ ਕੀ ਹੈ ਕਿ ਐਂਟੀ ਇਨਫਲਾਮੇਟਰੀ ਹੁੰਦੀ ਹੈ ਸੁੰਡ ਤੇ ਉਹਦੇ ਨਾਲ ਵੀ ਤੁਹਾਡੀ ਜਿਹੜੀ ਪ੍ਰੋਬਲਮ ਆ ਕਫ ਦੀ ਉਹ ਸਬਸਾਈਡ ਹੋ ਜਾਂਦੀ ਹੈ। ਫਿਰ ਇਸ ਤੋਂ ਇਲਾਵਾ ਇੱਕ ਸਿੱਤੋਪਲਾਦੀ ਚੂਰਨ ਆਂਦਾ,
ਉਹ ਤੁਸੀਂ 1 ਟੇਬਲਸਪੂਨ ਸਿੱਤੋਪਲਾਦੀ ਚੂਰਨ ਪਲੱਸ 1 ਟੇਬਲਸਪੂਨ ਤੁਸੀਂ ਹਨੀ ਨੂੰ ਮਿਕਸ ਕਰਕੇ ਤੁਸੀਂ ਲਓਗੇ ਤੇ ਤੁਹਾਡੀ ਜਿਹੜੀ ਕਫ ਦੀ ਪ੍ਰੋਬਲਮ ਆ ਸਹੀ ਹੋ ਜਾਊਗੀ। ਮਤਲਬ ਈਵਨ ਜਿਹੜਾ ਤੁਹਾਡਾ ਰੇਸ਼ਾ ਵਾ ਜਿਹਨੂੰ ਕਹਿੰਦੇ ਆ ਕਿ ਬਾਹਰ ਆਊਗਾ, ਕਿ ਇੱਕ ਬਲਗਮ ਬਣ ਕੇ ਤੁਹਾਡਾ ਰੇਸ਼ਾ ਜਿਹੜਾ ਬਾਹਰ ਆਊਗਾ। ਜੀ ਜੀ। ਤੇ ਚੂਰਨ ਜਿਹੜਾ ਹੈ ਉਹ ਬੱਚੇ ਵੀ ਲੈ ਸਕਦੇ ਨੇ ਕਿ ਇਹ ਸਿਰਫ ਇਹਦੀ ਨਹੀਂ ਕੋਈ ਇਹਦੀ ਲਿਮਿਟ ਨਹੀਂ ਹੈਗੀ, ਬੱਚੇ ਵੀ ਲੈ ਸਕਦੇ। ਜਿੱਦਾਂ ਬਸ ਇਹ ਆ ਕਿ ਬੱਚਿਆਂ ਨੂੰ ਅਸੀਂ 1 ਵਾਰੀ ਦੇਣਾ ਹੁੰਦਾ ਤੇ ਜਿਹੜੇ ਅਡਲਟ ਡੋਜ਼ ਹੁੰਦੀ ਆ ਉਹ ਤੁਸੀਂ 2 ਵਾਰੀ ਲੈ ਸਕਦੇ ਹੋ। ਜੀ। ਤੇ ਅਸੀਂ ਇਹ ਵੀ ਦੇਖਿਆ ਕਿ ਗੱਲ ਅਸੀਂ ਕਰ ਰਹੇ ਹਾਂ ਕਿ ਜ਼ੁਕਾਮ ਵੀ ਹੋ ਜਾਂਦਾ ਹੈ, ਖਾਂਸੀ ਵੀ ਹੋ ਜਾਂਦੀ ਹੈ, ਤੇ ਜੇ ਛੋਟੇ ਬੱਚਿਆਂ ਦੀ ਖਾਸ ਤੌਰ ਤੇ ਗੱਲ ਕਰੀਏ, ਜਿਹੜੇ ਜ਼ਿਆਦਾ ਛੋਟੇ ਬੱਚੇ ਨੇ, ਉਹਨਾਂ ਨੂੰ ਅਸੀਂ ਅਕਸਰ ਦੇਖਿਆ ਸਮੱਸਿਆ ਆਉਂਦੀ ਕਿ ਠੰਡ ਲੱਗ ਜਾਂਦੀ ਹੈ। ਕਾਫੀ ਬਚਾਅ ਕੀਤਾ ਜਾਂਦਾ, ਬਹੁਤ ਸਾਰੇ ਕੱਪੜੇ ਜਿਹੜੀ ਮਦਰਸ ਹੈ ਆਪਣੇ ਬੱਚਿਆਂ ਨੂੰ ਪਾਉਂਦੀਆਂ ਨੇ, ਫਿਰ ਵੀ ਦੇਖਦੇ ਕਿ ਠੰਡ ਲੱਗ ਗਈ ਹੈ, ਇਹਦੀ ਛਾਤੀ ਰੁਕ ਗਈ ਹੈ, ਇਹਨੂੰ ਸਾਹ ਨਹੀਂ ਆਉਂਦਾ ਪਿਆ, ਤੇ ਇਦਾਂ ਦੀ ਜੇ ਪ੍ਰੋਬਲਮ ਹੋ ਜਾਏ ਛੋਟੇ ਬੱਚਿਆਂ ਨਾਲ, ਤੇ ਕੀ ਅਸੀਂ ਉਪਚਾਰ ਕਰ ਸਕਦੇ ਹਾਂ? ਹਾਂਜੀ, ਜਿਹੜੇ ਛੋਟੇ ਬੱਚੇ ਆ ਨਾ, ਇਹਨਾਂ ਇੱਕ ਛੋਟੇ ਬੱਚੇ ਤੇ ਜਿਹੜੇ 올ਡ ਏਜ ਆ, ਇਹ ਦੋ ਜਿਹੜੀ ਗਰੁੱਪਸ ਹੈਗੇ ਆ ਨਾ, ਏਜ ਗਰੁੱਪਸ ਹੈਗੇ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਿਕਾਇਤ ਆਉਂਦੀ ਕਿ ਠੰਡ ਲੱਗ ਗਈ ਆ, ਕੋਲਡ ਹੋ ਗਿਆ, ਕਫ ਹੋ ਗਿਆ। ਕੰਪੈਰੀਟਿਵ ਜਿਹੜੀ ਮਿਡਲ ਏਜ ਹੁੰਦੀ, ਜਿਹੜੇ ਕਿ ਕਹਿ ਸਕਦੇ ਆਪਾਂ 30 ਤੋਂ ਲੈ ਕੇ 50 ਦੀ ਏਜ, ਉਹਨਾਂ ਨੂੰ ਘੱਟ ਆਉਂਦੀ ਹੈ, ਕਿਉਂਕਿ ਛੋਟੀ ਏਜ ਜਿਹੜੇ ਛੋਟੇ ਬੱਚੇ ਆ ਤੇ ਜਿਹੜੇ 올ਡ ਏਜ ਹੈਗੇ ਆ, ਇਹਨਾਂ ਦੇ ਵਿੱਚ ਜਿਹੜੀ ਕਫ ਜਿਹੜਾ ਨਾ ਜਲਦੀ ਐਗਰੀਵੇਟ ਹੋ ਜਾਂਦਾ। ਤੇ ਜਿਹੜੇ ਮਿਡਲ ਏਜ ਦੇ ਵਿੱਚ ਹੈਗੇ ਆ, ਇਹਨਾਂ ਦੇ ਵਿੱਚ ਪਿੱਤ ਐਗਰੀਵੇਟਡ ਰਹਿੰਦਾ, ਇਹਨਾਂ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਇੰਨੀ ਜਲਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ। ਅਗਰ ਛੋਟੇ ਬੱਚਿਆਂ ਨੂੰ ਇਹ ਪ੍ਰੋਬਲਮ ਆਉਂਦੀ ਹੈਗੀ ਹੈ ਤਾਂ ਤੁਸੀਂ ਰਾਤ ਨੂੰ 1 ਚਮਚ ਉਹਨਾਂ ਨੂੰ ਸ਼ਹਿਦ ਦੇ ਕੇ ਸੁਲਾ ਸਕਦੇ ਹੋ। ਡੇਲੀ ਬੇਸਿਸ ਤੇ ਤੁਸੀਂ ਉਹਨਾਂ ਨੂੰ 1 ਚਮਚ ਸ਼ਹਿਦ ਦੇ ਕੇ ਸੁਲਾ ਸਕਦੇ ਹੋ। ਉਹਨਾਂ ਨੂੰ ਜਿੰਜਰ ਤੇ ਹਨੀ ਤੁਸੀਂ ਦੇ ਸਕਦੇ ਹੋ ਡੇਲੀ ਬੇਸਿਸ ਤੇ। ਸਭ ਤੋਂ ਜ਼ਿਆਦਾ ਰਾਮਬਨ ਇਲਾਜ ਇਹਦਾ ਹੈਗਾ ਚਵਨਪ੍ਰਾਸ਼। ਅੱਛਾ। ਤੁਸੀਂ ਚਵਨਪ੍ਰਾਸ਼ ਸ਼ੁਰੂ ਕਰੋ, ਬੱਚੇ ਨੂੰ ਸੌਣ ਤੋਂ ਪਹਿਲਾਂ ਚਵਨਪ੍ਰਾਸ਼ ਨਾਲ ਤੁਸੀਂ ਦੁੱਧ ਦਿਓ, ਉਹਦੀ ਇਮਿਊਨਿਟੀ ਬੂਸਟਅਪ ਹੋਏਗੀ ਤੇ ਉਹਨੂੰ ਪ੍ਰੋਬਲਮ ਨਹੀਂ ਆਏਗੀ। ਜੀ। ਤੇ ਮਤਲਬ ਜੇ ਠੰਡ ਲੱਗ ਵੀ ਗਈ ਹੈ ਤੇ ਅਸੀਂ ਇਹ ਘਰੇਲੂ ਉਪਚਾਰ ਜਿਹੜੇ ਹੈ ਉਹ ਕਰ ਸਕਦੇ ਹਾਂ। ਤੇ ਇਹ ਜੇ ਇਹ ਹੋ ਗਿਆ, ਅਸੀਂ ਬੱਚਿਆਂ ਦੀ ਵੀ ਗੱਲ ਕਰ ਲਈ, ਅਸੀਂ ਬਜ਼ੁਰਗਾਂ ਦੀ ਵੀ ਕਰ ਲਈ, ਤੇ ਜੇ ਅਸੀਂ ਨੌਜਵਾਨਾਂ ਦੀ ਗੱਲ ਕਰੀਏ, ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਡੇਲੀ ਆਪਣੇ ਕੰਮਕਾਰ ਤੇ ਵੀ ਜਾਣਾ ਹੈ ਤੇ ਉਹਨਾਂ ਨੂੰ ਵੀ ਇਹ ਪ੍ਰੋਬਲਮਸ ਆ ਰਹੀਆਂ ਨੇ। ਠੰਡ ਸ਼ੁਰੂ ਹੋ ਗਈ, 2 ਵੀਲਰ ਤੇ ਜਾਣਾ ਹੈ, ਉਹਨਾਂ ਨੂੰ ਹਵਾ ਲੱਗ ਗਈ ਹੈ, ਕਫ ਕੋਲਡ ਹੋ ਗਿਆ ਹੈ, ਜਾਂ ਛਾਤੀ ਰੁਕ ਗਈ ਹੈ, ਸਿਰ ਦੁਖਣ ਲੱਗ ਗਿਆ ਠੰਡ ਦੇ ਨਾਲ, ਤੇ ਉਹ ਕਿੱਦਾਂ ਸਾਵਧਾਨੀ ਵਰਤ ਸਕਦੇ ਨੇ? ਉਹ ਵੀ ਇਦਾਂ ਕਿ ਜਿਹੜੇ ਮੈਂ ਤੁਹਾਨੂੰ ਦੱਸੀਆਂ ਹੈਗੀਆਂ ਰੈਮੇਡੀਜ਼, ਚਵਨਪ੍ਰਾਸ਼ ਉਹ ਵੀ ਲੈ ਸਕਦੇ, ਕਿਉਂਕਿ ਚਵਨਪ੍ਰਾਸ਼ ਨਾਲ ਇਮਿਊਨਿਟੀ ਜਿਹੜੀ ਹੈ ਬੂਸਟਅਪ ਹੁੰਦੀ ਆ। ਫਿਰ ਉਹ ਇਦਾਂ ਆਪਣੀ ਕਰ ਸਕਦੇ ਕਿ ਆਪਣੀ ਡਾਈਟ ਵਿੱਚ ਨਾ ਥੋੜੀ ਜਿੱਦਾਂ ਵਾਰਮ ਚੀਜ਼ਾਂ ਲੈ ਕੇ ਆਉਣ, ਜਿੱਦਾਂ ਕਿ ਨਟਸ ਹੋ ਗਏ, ਉਹ ਲੈ ਕੇ ਆ ਸਕਦੇ ਆ। ਉਹਦੇ ਨਾਲ ਕਿ ਬੋਡੀ 'ਚ ਗਰਮਾਇਸ਼ ਰਹਿੰਦੀ ਹੈ ਤੇ ਪ੍ਰੋਬਲਮ ਜਿਹੜੀ ਨਹੀਂ ਆਉਂਦੀ ਹੈਗੀ। ਠੀਕ ਆ। ਹੋਰ ਆਪਣੀ ਉਹ ਜਿਹੜੀ ਫੂਡ ਹੁੰਦੇ ਆ ਕਿ ਜਿਹੜੀ ਬੋਡੀ ਦੇ ਵਿੱਚ ਹੀਟ ਪੈਦਾ ਕਰਦੇ ਆ, ਉਹ ਫੂਡ ਆਪਣੀ ਡਾਈਟ ਵਿੱਚ ਲੈ ਕੇ ਆ ਸਕਦੇ, ਜਿੱਦਾਂ ਕਿ ਲੈਗਿਊਮਸ ਜਿੰਨੇ ਵੀ ਹੈਗੇ ਆ ਉਹ ਆਪਣੀ ਡਾਈਟ 'ਚ ਲੈ ਕੇ ਆ ਸਕਦੇ ਆ। ਬਾਕੀ ਉਹ ਵੀ 1 ਚਮਚ ਸ਼ਾਇਦ ਰਾਤੀ ਰੋਜ਼ ਲੈ ਸਕਦੇ ਆ, ਤਾਂ ਉਹਦੇ ਨਾਲ ਵੀ ਉਹਨਾਂ ਦੀ ਪ੍ਰੋਬਲਮ ਜਿਹੜੀ ਸਬਸਾਈਡ ਹੋ ਜਾਊਗੀ। ਜੀ। ਮਤਲਬ ਸ਼ਹਿਦ ਜਿਹੜੀ ਹੈ ਉਹ ਕੋਈ ਵੀ ਲੈ ਸਕਦਾ। ਤੇ ਜਿੱਦਾਂ ਕੋਈ ਆਯੁਰਵੈਦਿਕ ਚੂਰਨ ਵੀ ਅਸੀਂ ਲੈ ਰਹੇ ਹਾਂ ਤੇ ਉਹਨੂੰ ਸ਼ਹਿਦ ਦੇ ਵਿੱਚ ਮਿਕਸ ਕਰਕੇ, ਹਾਂਜੀ, ਕਿਉਂਕਿ ਪਾਊਡਰ ਫਾਰਮ 'ਚ ਹੁੰਦਾ ਨਾ, ਤੇ ਉਹ ਤੁਹਾਡੇ ਗਲੇ ਨੂੰ ਖਰਾਸ਼ ਕਰੂਗਾ। ਅਗਰ ਤੁਸੀਂ ਸ਼ਹਿਦ ਵਿੱਚ ਲਓਗੇ ਤਾਂ ਇੱਕ ਕਹਿ ਲਓ ਕਿ ਪ੍ਰਾਸ਼ ਵਾਂਗੂ ਬਣ ਜਾਊਗਾ, ਤਾਂ ਤੁਸੀਂ ਈਜ਼ੀਲੀ ਲੈ ਸਕਦੇ ਹੋ। ਜੀ। ਤੁਸੀਂ ਬਿਲਕੁਲ ਠੀਕ ਕਿਹਾ ਕਿ ਉਹਦਾ ਕੋਈ ਚੂਰਨ ਖਾਣਾ ਵਾਕਈ ਕਈ ਵਾਰੀ ਔਖਾ ਹੋ ਜਾਂਦਾ, ਗਲੇ ਵਿੱਚ ਫਸ ਜਾਂਦਾ, ਖਾਂਸੀ ਆ ਜਾਂਦੀ ਹੈ, ਤੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਜੇ ਅਸੀਂ ਲਈਏ ਤੇ ਅਸੀਂ ਆਸਾਨੀ ਦੇ ਨਾਲ ਲੈ ਸਕਦੇ ਹਾਂ। ਹੋਰ ਕਿਹੜੀ ਐਸੀ ਮਤਲਬ ਚੀਜ਼ਾਂ ਖਾਣ ਵਾਲੀਆਂ ਜਿਹੜੀਆਂ ਸਰਦੀ ਦੇ ਵਿੱਚ ਸਾਨੂੰ ਜ਼ਰੂਰ ਉਹ ਖਾਣੀਆਂ ਚਾਹੀਦੀਆਂ, ਸਾਡੇ ਬਚਾਅ ਕਰਦੀਆਂ, ਸਾਡੀ ਇਮਿਊਨਿਟੀ ਸਟਰੋਂਗ ਕਰਦੀਆਂ ਨੇ? ਜੀ ਬਿਲਕੁਲ। ਸਾਨੂੰ ਸਰਦੀ ਦੇ ਵਿੱਚ ਨਾ, ਕਿਉਂਕਿ ਸਰਦੀ 'ਚ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਜਿਹੜੀ ਵਾਤ ਆ ਉਹ এনवायरमेंट ਵਿੱਚ ਐਗਰੀਵੇਟਡ ਰਹਿੰਦੀ ਹੈ, ਉਹਦੇ ਨਾਲ ਕਿ ਤੁਹਾਨੂੰ ਠੰਡ ਲੱਗੂਗੀ, ਤੁਹਾਡੀ ਬੋਡੀ 'ਚ ਚਿਲਸ ਹੋਣੀਆਂ। ਠੀਕ ਆ। ਤੇ ਜਿਹੜੀ ਕਫ ਆ ਉਹ ਵੀ ਤੁਹਾਡੀ ਬੋਡੀ 'ਚ ਐਗਰੀਵੇਟਡ ਆ। ਸੋ ਸਾਨੂੰ ਇਦਾਂ ਦੀ ਚੀਜ਼ਾਂ ਖਾਣੀਆਂ ਚਾਹੀਦੀਆਂ ਜਿਹੜੀ ਕਫ ਨੂੰ ਵੀ ਪੈਸੀਫਾਈ ਕਰੇ ਤੇ ਵਾਤ ਨੂੰ ਵੀ ਪੈਸੀਫਾਈ ਕਰੇ। ਠੀਕ ਆ। ਸਾਨੂੰ ਜਿਹੜੇ ਹੌਟ ਖਾਣੇ ਆ ਉਹ ਖਾਣੇ ਚਾਹੀਦੇ। ਸਰਦੀ ਵਿੱਚ ਸਾਨੂੰ ਕਦੀ ਵੀ ਠੰਡਾ ਖਾਣਾ ਨਹੀਂ ਖਾਣਾ ਚਾਹੀਦਾ। ਠੰਡਾ ਖਾਓਗੇ ਤਾਂ ਆਬਵੀਅਸਲੀ ਕਫ ਬਣੇਗੀ। ਫਿਰ ਸਾਨੂੰ ਜਿਹੜੇ ਖਾਣੇ ਹੁੰਦੇ, ਜਿਹੜੇ ਕਿ ਨਟਸ ਹੋ ਗਏ, ਜਿਹੜੇ ਕਿ ਜਿਨ੍ਹਾਂ ਦੇ ਵਿੱਚ ਹੀਟ ਹੁੰਦੀ ਆ, ਜਿੰਨੇ ਵੀ ਨਟਸ ਹੈਗੇ, ਆਲਮੰਡਸ ਹੋ ਗਏ, ਵਾਲਨਟ ਹੋ ਗਏ, ਜਾਂ ਪਿਸਟੈਕਿਊ ਹੋ ਗਏ, ਜਾਂ ਫਿਰ ਅੰਜੀਰ ਹੋ ਗਈ, ਇਹ ਸਾਰੇ, ਸੋਗੀ ਹੋ ਗਈ, ਇਹ ਆਪਣੀ ਡਾਈਟ ਵਿੱਚ ਇਨਕੋਰਪੋਰੇਟ ਕਰਨੇ ਚਾਹੀਦੇ ਆ। ਜੀ ਜੀ। ਫਿਰ ਜਿੰਨੇ ਵੀ ਸਾਡੇ ਲੈਗਿਊਮਸ ਆ, ਜਿੱਦਾਂ ਕਿ ਕਾਲੇ ਚਨੇ ਆ, ਰਾਜਮਾ ਜਾਂ ਫਿਰ ਵਾਈਟ ਚਨੇ ਆ, ਇਹ ਥੋੜੇ ਜਿਹੀ ਇਹਨਾਂ ਦੀ ਜਿਹੜੀ ਪ੍ਰੋਪਰਟੀ ਆ ਹੌਟ ਹੁੰਦੀ ਆ, ਇਹ ਸਾਨੂੰ ਆਪਣੀ ਡਾਈਟ ਵਿੱਚ ਇਨਕੋਰਪੋਰੇਟ ਕਰਨੀ ਚਾਹੀਦੀ ਆ। ਸਾਨੂੰ ਜਿਹੜਾ ਹੁੰਦੇ ਨਾ ਜਿਹੜੇ ਜਿੱਦਾਂ ਨਿੰਬੂ ਹੋ ਗਿਆ, ਇਹਨੂੰ ਅਵੋਇਡ ਕਰਨਾ ਚਾਹੀਦਾ, ਕਿਉਂਕਿ ਇਹਦੀ ਤਸੀਰ ਠੰਡੀ ਹੁੰਦੀ ਆ। ਤੇ ਸਾਨੂੰ ਮਤਲਬ ਇਦਾਂ ਦੇ ਫੂਡ ਇਨਕੋਰਪੋਰੇਟ ਕਰਨੇ ਚਾਹੀਦੇ ਜਿਹੜੇ ਕਿ ਗਰਮ ਹੁੰਦੇ, ਜਿੱਦਾਂ ਕਿ ਮਸਰ ਦੀ ਦਾਲ ਆ, ਬਹੁਤ ਗਰਮ ਹੁੰਦੀ, ਸਾਨੂੰ ਆਪਣੀ ਡਾਈਟ ਵਿੱਚ ਇਨਕੋਰਪੋਰੇਟ ਕਰਨੀ ਚਾਹੀਦੀ ਆ। ਤੇ ਮਤਲਬ ਸਾਨੂੰ ਇਦਾਂ ਦਾ ਖਾਣਾ ਚਾਹੀਦਾ ਕਿ ਸਵੀਟ ਹੋਵੇ, ਟੇਸਟ ਵਿੱਚ ਸਾਲਟੀ ਹੋਵੇ, ਸਾਰ ਹੋਵੇ। ਠੀਕ ਆ। ਜਿਹੜੇ ਪੰਜੈਂਟ ਹੋ ਗਏ ਜਾਂ ਬਿਟਰ, ਐਸਟ੍ਰਿੰਜੈਂਟ, ਇਹ ਵਾਤ ਨੂੰ ਐਗਰੀਵੇਟ ਕਰਦੇ, ਸਾਨੂੰ ਇਹ ਫੂਡ ਨਹੀਂ ਲੈਣੇ ਚਾਹੀਦੇ। ਬਿਲਕੁਲ ਠੀਕ ਗੱਲ ਹੈ ਕਿ ਐਸੀ ਚੀਜ਼ਾਂ ਜਿਹਦੇ ਨਾਲ ਗਰਮੀ ਬੋਡੀ ਦੇ ਵਿੱਚ, ਕਿਉਂਕਿ ਆਲਰੇਡੀ এনवायरमेंट ਵਿੱਚ ਇੰਨੀ ਜ਼ਿਆਦਾ ਮਤਲਬ ਕਹਿ ਲਓ ਵਾਤ ਐਗਰੀਵੇਟਡ ਠੰਡ ਹੁੰਦੀ ਆ, ਤੇ ਉਹਦੇ ਨਾਲ ਕੀ ਹੈ ਕਿ ਬੋਡੀ 'ਚ ਇੱਕ ਤਾਂ ਰਫਨੈਸ, ਡਰਾਈਨੈਸ ਆਉਂਦੀ ਹੈ, ਤੇ ਪਲੱਸ ਜਿਹੜੀ ਆ ਤੁਹਾਨੂੰ ਚਿਲਸ ਆਉਣਗੇ।
ਜੀ ਜੇ ਜਿਸ ਤਰ੍ਹਾਂ ਬਦਾਮ ਦੀ ਮੈਂ ਗੱਲ ਕਰਾਂ ਆਮ ਤੌਰ ਤੇ ਜਿਸ ਤਰ੍ਹਾਂ ਕਿਹਾ ਜਾਂਦਾ ਗਰਮੀਆਂ ਦੇ ਵਿੱਚ ਕਿਹਾ ਜਾਂਦਾ ਕਿ ਬਦਾਮ ਭਿਉਂ ਕੇ ਖਾਓ ਤੇ ਜ਼ਿਆਦਾ ਅਸਰ ਕਰਦੇ ਤੇ ਸਰਦੀਆਂ ਦੇ ਵਿੱਚ ਵੀ ਸਾਨੂੰ ਭਿਉਂ ਕੇ ਹੀ ਬਦਾਮ ਜਿਹੜੇ ਉਹ ਖਾਣੇ। ਸਰਦੀ ਵਿੱਚ ਅਸੀਂ ਇਦਾਂ ਵੀ ਖਾ ਸਕਦੇ ਹਾਂ, ਸਰਦੀ ਵਿੱਚ ਆਪਾਂ ਇਦਾਂ ਵੀ ਖਾ ਸਕਦੇ ਹਾਂ, ਬਟ ਇਦਾਂ ਲਿਮਿਟ ਆ ਕਿ ਇਦਾਂ ਨਹੀਂ ਕਿ ਆਪਾਂ ਬਸ ਡੱਬਾ ਚੱਕਿਆ ਤਾਂ ਆਪਾਂ ਸਾਰੇ ਬਦਾਮ ਖਾ ਜਾਈਏ। ਜਿੱਦਾਂ ਤੁਸੀਂ 7 to 8 ਅਗਰ ਆਮੰਡ ਜਿਹੜੇ ਤੁਸੀਂ ਡੇਲੀ ਦੇ ਖਾ ਸਕਦੇ ਹੋ ਜੀ। ਤੇ ਅਗਰ ਕਿਉਂਕਿ ਸਰਦੀ ਦੇ ਵਿੱਚ ਸਾਨੂੰ ਹੀਟ ਚਾਹੀਦੀ ਹੁੰਦੀ, ਗਰਮੀ 'ਚ ਸਾਨੂੰ ਉਹ ਹੀਟ ਕਰਦੇ, ਇਸ ਕਰਕੇ ਆਪਾਂ ਅਵੋਇਡ ਕਰਦੇ ਕਿ ਇਹਨਾਂ ਨੂੰ ਸੋਕ ਕਰਨਾ ਪਾਣੀ ਦੇ ਵਿੱਚ, ਤੇ ਸਰਦੀ ਵਿੱਚ ਅਸੀਂ ਇਦਾਂ ਵੀ ਖਾ ਸਕਦੇ ਹਾਂ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇੱਕ ਲਿਮਿਟ ਹੈ ਕਿ ਉਹਨੇ ਹੀ ਖਾਣੇ ਚਾਹੀਦੇ ਆ, ਤੇ ਅਸੀਂ ਕਈ ਵਾਰੀ ਇਸ ਤੋਂ ਉਲਟ ਕਰਦੇ ਹਾਂ, ਖਾਸ ਤੌਰ ਤੇ ਜਦੋਂ ਰੋਸਟਡ ਹੋਣ ਹੈ ਨਾ, ਫਿਰ ਜਦੋਂ ਇੱਕ ਵਾਰੀ ਅਸੀਂ ਖਾਣਾ ਸ਼ੁਰੂ ਕਰ ਦਈਏ ਤੇ ਜਦੋਂ ਤੱਕ ਉਹ ਖਤਮ ਨਹੀਂ ਹੋ ਜਾਂਦੇ ਉਹ ਲਗਾਤਾਰ ਖਾਦੇ ਜਾਂਦੇ ਨੇ। ਤੇ ਪਰ ਜਦੋਂ ਅਸੀਂ ਜ਼ਿਆਦਾ ਡਰਾਈ ਫਰੂਟ ਖਾ ਲੈਂਦੇ ਆ ਤੇ ਕੀ ਨੁਕਸਾਨ ਸਾਨੂੰ ਹੋ ਸਕਦਾ? ਅਗਰ ਆਪਾਂ ਜ਼ਿਆਦਾ ਡਰਾਈ ਫਰੂਟ ਖਾ ਲੈਂਦੇ ਆਬਵੀਅਸਲੀ ਸਾਡੀ ਬੋਡੀ 'ਚ ਐਲਰਜਿਕ ਇਸ਼ੂਜ਼ ਆ ਸਕਦੇ ਆ, ਸਾਨੂੰ ਐਸਿਡਿਟੀ ਦੀ ਪ੍ਰੋਬਲਮ ਹੋ ਸਕਦੀ ਹੈ ਕਿਉਂਕਿ ਉਹ ਬਹੁਤ ਗਰਮ ਹੁੰਦੇ ਆ, ਸਟਮਕ ਦੀ ਲਾਈਨਿੰਗ ਨੂੰ ਬਰਨ ਕਰ ਸਕਦੇ ਆ, ਠੀਕ ਹੈ। ਸਾਡੀ ਗਟ ਜਿਹੜੀ ਆ ਉਹ ਕਲੀਨਸ ਨਹੀਂ ਹੋਊਗੀ, ਕਿਉਂਕਿ ਕੋਈ ਵੀ ਚੀਜ਼ ਅਸੀਂ ਲਿਮਿਟ 'ਚ ਖਾਣੇ ਨਾ ਤਾਂ ਉਹਦੀ ਨਾ ਗਟ ਕਲੀਅਰੈਂਸ ਹੁੰਦੀ ਹੈ। ਕੋਈ ਵੀ ਆਪਾਂ ਐਕਸੈਸ ਚੀਜ਼ ਕਰ ਦਿੰਦੇ ਆ ਨਾ ਤਾਂ ਉਹਨੂੰ ਡਾਈਜੈਸਟ ਕਰਨ ਨੂੰ ਵੀ ਟਾਈਮ ਲੱਗਦਾ ਤੇ ਉਹ ਗਟ ਕਲੀਅਰੈਂਸ ਨਹੀਂ ਹੋਣ ਦਿੰਦੀ। ਇਸ ਕਰਕੇ ਅਗਰ ਅਸੀਂ ਲਿਮਿਟ 'ਚ ਖਾਵਾਂਗੇ ਤੇ ਸਾਡੇ ਲਈ ਬਹੁਤ ਵਧੀਆ, ਤੇ ਅਗਰ ਅਸੀਂ ਐਕਸੈਸ 'ਚ ਖਾਵਾਂਗੇ ਤਾਂ ਉਹਦਾ ਟੌਕਸਿਨ ਨਹੀਂ ਬਣੇਗਾ। ਬਿਲਕੁਲ ਠੀਕ ਗੱਲ ਹੈ। ਹੋਰ ਵੀ ਸਰਦੀਆਂ ਦੇ ਵਿੱਚ ਸਾਡੇ ਕੋਲ ਖਾਣ ਪੀਣ ਨੂੰ ਬਹੁਤ ਵੈਰਾਈਟੀ ਹੈ। ਹਾਂਜੀ, ਖਾਸ ਤੌਰ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਸਾਡੇ ਕੋਲ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਫਿਰ ਪਿੰਨੀਆਂ, ਅਲਸੀ ਦੀਆਂ ਪਿੰਨੀਆਂ ਆ ਜਾਂਦੀਆਂ, ਫਿਰ ਗੱਚਕਾਂ ਆ ਜਾਂਦੀਆਂ, ਫਿਰ ਲੋਹੜੀ ਦਾ ਤਿਉਹਾਰ ਆਉਂਦਾ ਹੈ, ਫਿਰ ਹੋਰ ਵੀ ਬਹੁਤ ਕੁਝ ਖਾਣ ਨੂੰ ਸਾਨੂੰ ਮਿਲ ਜਾਂਦਾ ਹੈ। ਤੇ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਜੇ ਗੱਲ ਕਰੀਏ ਤੇ ਆਯੁਰਵੇਦਾ ਦੇ ਹਿਸਾਬ ਨਾਲ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਜਦੋਂ ਤੁਸੀਂ ਮੱਕੀ ਦੀ ਰੋਟੀ ਖਾਂਦੇ ਹੋ ਤੇ ਇਹਦੇ 'ਚ ਆਇਲ ਬਹੁਤ ਜ਼ਿਆਦਾ ਕੰਜ਼ਿਊਮ ਹੁੰਦਾ। ਬਿਲਕੁਲ ਹਵਾ ਦੇ ਵਿੱਚ ਇੰਨੀ ਡਰਾਈਨੈਸ ਆ ਤੇ ਉਹ ਆਇਲ ਜਿਹੜਾ ਉਹਨੂੰ ਸਕਿਨ ਨੂੰ ਮੋਇਸਟ ਰੱਖਦਾ, ਇਸ ਕਰਕੇ ਇਹ ਕੰਬੀਨੇਸ਼ਨ ਬਣਿਆ ਕਿ ਤੁਸੀਂ ਖਾ ਸਕਦੇ ਹੋ, ਸਰਦੀ ਦੇ ਵਿੱਚ ਬਣੀ ਕਿ ਤੁਸੀਂ ਖਾ ਸਕਦੇ ਹੋ। ਇਹੀ ਅਗਰ ਤੁਸੀਂ ਗਰਮੀ 'ਚ ਖਾਓਗੇ ਤੁਸੀਂ ਡਾਈਜੈਸਟ ਨਹੀਂ ਕਰ ਪਾਓਗੇ। ਨਾਲੇ ਇੱਕ ਗੱਲ ਹੋਰ ਹੁੰਦੀ ਕਿ ਜਦੋਂ ਸਰਦੀ ਆਉਂਦੀ ਨਾ ਤੁਹਾਡੀ ਜਿਹੜੀ ਡਾਈਜੈਸਟਿਵ ਫਾਇਰ ਆ ਬਹੁਤ ਸਟਰੋਂਗ ਹੋ ਜਾਂਦੀ ਹੈ ਤੇ ਤੁਸੀਂ ਕੁਝ ਵੀ ਖਾਂਦੇ ਹੋ ਡਾਈਜੈਸਟ ਕਰ ਪਾਉਂਦੇ ਹੋ। ਇਹੀ ਅਗਰ ਤੁਸੀਂ ਪਿੰਨੀਆਂ ਵਾ ਤੁਸੀਂ ਗਰਮੀਆਂ 'ਚ ਖਾਓ ਤੁਸੀਂ ਨਹੀਂ ਡਾਈਜੈਸਟ ਕਰ ਪਾਓਗੇ। ਸਰਦੀ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਤੁਹਾਡੀ ਜਿਹੜੀ ਡਾਈਜੈਸਟਿਵ ਫਾਇਰ ਆ ਬਹੁਤ ਸਟਰੋਂਗ ਹੁੰਦੀ, ਤੁਸੀਂ ਕੁਝ ਵੀ ਖਾਓਗੇ ਤੁਸੀਂ ਡਾਈਜੈਸਟ ਕਰ ਪਾਓਗੇ ਈਜ਼ੀਲੀ, ਅਸੀਂ ਡਾਈਜੈਸਟ ਹੋ ਜਾਂਦਾ। ਬਿਲਕੁਲ ਠੀਕ ਤੁਸੀਂ ਕਿਹਾ। ਤੇ ਤਾਂ ਹੀ ਸਰਦੀਆਂ ਦੇ ਵਿੱਚ ਖਾਣ ਨੂੰ ਬਹੁਤ ਸਾਰੀਆਂ ਆਈਟਮਸ ਹੁੰਦੀਆਂ ਤੇ ਅਸੀਂ ਖਾਂਦੇ ਵੀ ਆ। ਤੇ ਹੁਣ ਗੱਲ ਕਰਾਂਗੇ ਅਲਸੀ ਦੀ। ਅਲਸੀ ਦੇ ਕੀ ਬੈਨੀਫਿਟਸ ਨੇ? ਕਿਉਂਕਿ ਖਾਸ ਤੌਰ ਤੇ ਪਿੰਨੀਆਂ ਦੇ ਵਿੱਚ ਵੀ ਇਹਨੂੰ ਮਿਲਾ ਕੇ ਜਿਹੜਾ ਘਰ ਦੇ ਵਿੱਚ ਅਸੀਂ ਖਾਂਦੇ ਆ। ਹਾਂਜੀ, ਜਿਹੜੀ ਅਲਸੀ ਆ ਨਾ ਇਹਦੇ ਵਿੱਚ ਇੱਕ ਤੇ ਐਂਟੀਆਕਸੀਡੈਂਟ ਪ੍ਰੋਪਰਟੀ ਹੈ ਕਿ ਤੁਹਾਡੀ ਇੱਕ ਤੇ ਗਟ ਕਲੀਅਰੈਂਸ 'ਚ ਹੈਲਪ ਕਰਦੀ ਆ। ਹੋਰ ਜਿਹੜੇ ਬੀਪੀ ਦੇ ਪੇਸ਼ੈਂਟ ਆ ਜਾਂ ਜਿਹੜੇ ਡਾਇਬਟਿਕ ਪੇਸ਼ੈਂਟ ਆ ਉਹਨਾਂ ਦੀ ਜਿਹੜੀ ਡਾਇਬਟਿਕ ਜਿਹੜੇ ਪੇਸ਼ੈਂਟ ਉਹਨਾਂ ਦੇ ਵਿੱਚ ਜਿਹੜੀ ਸ਼ੂਗਰ ਲੈਵਲ ਹੈ ਡਾਊਨ ਕਰਦੀ ਹੈ। ਹੋਰ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਉਹ ਅਲਸੀ ਜਿਹੜੀ ਆ ਉਹ ਵੀ ਪ੍ਰੋਬਲਮ ਉਹਨਾਂ ਦੀ ਸਬਸਾਈਡ ਕਰਦੀ ਹੈ। ਸੋ ਅਲਸੀ ਦੇ ਬਹੁਤ ਜ਼ਿਆਦਾ ਬੈਨੀਫਿਟ ਆ, ਕੋਲੇਸਟ੍ਰੋਲ ਨੂੰ ਸਹੀ ਕਰਦੀ, ਈਵਨ ਜਿਹੜਾ ਬੀਪੀ ਦੀ ਪ੍ਰੋਬਲਮ ਉਹਨੂੰ ਮੇਨਟੇਨ ਕਰਦੀ ਹੈ। ਪਰ ਉਹੀ ਫਿਰ ਗੱਲ ਇਹ ਆਉਂਦੀ ਨਾ ਕਿ ਐਕਸੈਸ 'ਚ ਖਾਵਾਂਗੇ ਤਾਂ ਤੁਹਾਨੂੰ ਨੁਕਸਾਨ ਕਰੂਗੀ। ਅਗਰ ਤੁਸੀਂ ਇੱਕ ਪਿੰਨੀ ਡੇਲੀ ਖਾ ਰਹੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਫਾਇਦੇਮੰਦ ਕਰੂਗੀ। ਈਵਨ ਅਲਸੀ ਜਿਹੜੀ weight loss 'ਚ ਹੈਲਪ ਕਰਦੀ ਹੈ। ਅੱਛਾ, ਅਲਸੀ ਜਿਹੜੀ ਆ ਫੈਟ ਨੂੰ ਬਰਨ ਕਰਦੀ ਆ ਤੇ ਇਸ ਲਈ weight loss 'ਚ ਵੀ ਬਹੁਤ ਹੈਲਪਫੁਲ ਹੈਗੀ ਹੈ ਜੀ। ਤੇ ਪਰ ਉਹੀ ਗੱਲ ਆ ਜਾਂਦੀ ਕਿ ਇਸ ਲਿਮਿਟ ਦੇ ਵਿੱਚ ਖਾਈਏ। ਜੇ ਘਰੇ ਅਲਸੀ ਦੀ ਪਿੰਨੀਆਂ ਬਣੀਆਂ ਤੇ ਇੱਕ ਰੋਜ਼ ਹੀ ਅਸੀਂ ਦੁੱਧ ਦੇ ਨਾਲ। ਹਾਂਜੀ ਬਿਲਕੁਲ, ਮਾਰਨਿੰਗ 'ਚ ਤੁਸੀਂ ਲੈ ਸਕਦੇ ਹੋ ਤੇ ਤੁਹਾਡੀ ਮਤਲਬ ਬੋਡੀ 'ਚ ਹੀਟ ਵੀ ਰਹੂਗੀ ਤੇ ਪਲੱਸ ਜਿਹੜੀ ਇਹ 'ਚ ਘਿਓ ਪਿਆ ਹੁੰਦਾ ਤੁਹਾਡੀ ਸਕਿਨ ਜਿਹੜੀ ਮੋਇਸਟ ਵੀ ਰਹੇਗੀ। ਬਿਲਕੁਲ ਠੀਕ ਗੱਲ ਹੈ। ਤੇ ਕਈ ਲੋਕ ਜਿੱਦਾਂ ਸ਼ਿਕਾਇਤ ਕਰਦੇ ਨੇ ਕਿ ਸਰਦੀ ਦੇ ਵਿੱਚ ਜਿਨ੍ਹਾਂ ਨੂੰ ਆਲਰੇਡੀ ਹਾਈ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਨੂੰ ਸਰਦੀਆਂ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਡੀ ਪ੍ਰੋਬਲਮ ਵੱਧ ਜਾਂਦੀ ਹੈ। ਇਹਦਾ ਕੀ ਕਾਰਨ ਹੋ ਸਕਦਾ ਹੈ ਤੇ ਇਹਦੇ ਲਈ ਕੀ ਕੀਤਾ ਜਾ ਸਕਦਾ? ਇਹਦਾ ਇਹੀ ਕਾਰਨ ਹੈ ਕਿ ਇੱਕ ਤੇ ਆਪਾਂ ਵਾਰਮ ਕੱਪੜੇ ਪਾਏ ਹੁੰਦੇ ਆ, ਠੀਕ ਹੈ, ਉਹਦੇ ਨਾਲ ਇੱਕ ਜਿੱਦਾਂ ਹੁੰਦਾ ਨਾ ਕਿ ਅੰਦਰ ਇੱਕ ਹੀਟ ਬਣੀ ਹੁੰਦੀ। ਇੱਕ ਅਸੀਂ ਫੂਡ ਵੀ ਓਵਰ ਜਿੱਦਾਂ ਕਹਿ ਲਓ ਕਿ ਜ਼ਿਆਦਾ ਹੀ ਗਰਮ ਖਾ ਰਹੇ ਹਾਂ ਜਾਂ ਕਿੱਦਾਂ। ਅਗਰ ਸਮਝੋ ਅਸੀਂ ਇੱਕ ਅਲਸੀ ਦੀ ਪਿੰਨੀ ਖਾ ਰਹੇ ਹਾਂ, ਆਪਾਂ 2-3 ਅਲਸੀ ਦੀ ਪਿੰਨੀਆਂ ਖਾ ਰਹੇ ਤਾਂ ਆਬਵੀਅਸਲੀ ਬੀਪੀ ਤੁਹਾਡਾ ਸ਼ੂਟ ਅਪ ਹੀ ਹੋਣਾ ਹੈ। ਜੀ ਬਿਲਕੁਲ ਠੀਕ ਤੁਸੀਂ ਕਿਹਾ। ਤੇ ਇੱਕ ਹੋਰ ਚੀਜ਼ ਜਿਹੜੀ ਹੈ ਉਹ ਕਈ ਲੋਕ ਨੌਨ ਵੈਜ ਦੀ, ਜਿਵੇਂ ਗੱਲ ਕਰ ਰਹਾ ਹੈ ਨਾ, ਨੌਨ ਵੈਜ ਦੀ ਇਨਟੇਕ ਵੀ ਸਰਦੀਆਂ ਦੇ ਵਿੱਚ ਵੱਧ ਜਾਂਦੀ ਹੈ। ਘਰਾਂ ਦੇ ਵਿੱਚ ਬਣਨਾ ਸ਼ੁਰੂ ਹੋ ਜਾਂਦਾ ਹੈ, ਬਾਹਰੋਂ ਵੀ ਲੋਕ ਲਿਆ ਕੇ ਖਾਂਦੇ ਨੇ। ਤੇ ਜੇ ਜ਼ਿਆਦਾ ਨੌਨ ਵੈਜ ਵੀ ਖਾਂਦੇ ਕਿ ਇਹ ਸਾਡੀ ਸਿਹਤ ਤੇ ਕੀ ਕੋਈ ਮਾੜਾ ਅਸਰ ਪਾਉਂਦਾ? ਜੀ ਬਿਲਕੁਲ, ਉਹੀ ਜਿਹੜੀ ਐਕਸੈਸ 'ਚ ਅਸੀਂ ਕੋਈ ਚੀਜ਼ ਕਰਾਂਗੇ ਤੇ ਫਾਇਦਾ ਨਹੀਂ ਹੋਊਗਾ ਉਹਦਾ। ਅਗਰ ਅਸੀਂ ਮਤਲਬ ਲਿਮਿਟ ਵਿੱਚ ਖਾਵਾਂਗੇ, ਅਗਰ ਸਪੋਜ਼ਿੰਗ ਆਪਾਂ ਚਿਕਨ ਦੀ ਗੱਲ ਕਰੀਏ, ਅਗਰ ਲਿਮਿਟ ਚ ਖਾ ਰਹੇ ਹਾਂ, ਅਗਰ ਉਹ weight loss 'ਚ ਵੀ ਹੈਲਪ ਕਰਦਾ, ਉਹ 'ਚ ਪ੍ਰੋਟੀਨਸ ਹੁੰਦੇ, ਤੁਹਾਡੀ ਬੋਡੀ ਨੂੰ ਪ੍ਰੋਟੀਨਸ ਚਾਹੀਦੇ ਵੀ ਹੁੰਦੇ ਆ। ਪਰ ਅਗਰ ਆਪਾਂ ਐਕਸੈਸ 'ਚ ਉਹ ਚੀਜ਼ ਨੂੰ ਖਾਵਾਂਗੇ ਤਾਂ ਤੁਹਾਡੀ ਉਲਟਾ ਤੁਹਾਡੀ ਕੀ ਕਰੋਗੇ, ਡਾਈਜੈਸ਼ਨ ਨੂੰ ਕਹਿ ਲਓ ਕਿ ਖਰਾਬ ਕਰੂਗਾ, ਤੁਹਾਡੀ ਜਿਹੜੀ ਗਟ ਉਹਨੂੰ ਕਲੀਅਰ ਨਹੀਂ ਕਰੂਗਾ, ਤੁਹਾਡੀ ਬੋਡੀ 'ਚ ਟੌਕਸਿਨਸ ਪੈਦਾ ਕਰੂਗਾ। ਜੀ ਬਿਲਕੁਲ ਠੀਕ ਗੱਲ ਹੈ। ਡਾਕਟਰ ਪੁਨੀਤ ਸੈਂਬੀ ਜੀ ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਆਰੋਗ ਜੀਵਨ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਡਾਕਟਰ ਸਾਹਿਬ ਨਾਲ, ਪਰ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Gondola Travels. Book your flight tickets online.
Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਤੇ ਹੁਣ ਗੱਲ ਇਹ ਕਰਾਂਗੇ ਕਿ ਜਿਸ ਤਰ੍ਹਾਂ ਅਲਸੀ ਦੀ ਪਿੰਨੀਆਂ ਦੀ ਅਸੀਂ ਗੱਲ ਕੀਤੀ ਕਿ ਘਰ ਦੇ ਵਿੱਚ ਅਲਸੀ ਦੀ ਪਿੰਨੀਆਂ ਬਣਦੀਆਂ ਨੇ ਤੇ ਤੁਸੀਂ ਇਹ ਵੀ ਦੱਸਿਆ ਕਿ ਕੀ ਫਾਇਦਾ ਹੈ ਅਲਸੀ ਜੇ ਅਸੀਂ ਲੈਂਦੇ ਆ ਤੇ weight loss ਲਈ ਵੀ ਬਹੁਤ ਫਾਇਦੇਮੰਦ ਹੈ। ਇਸੇ ਤਰ੍ਹਾਂ ਹੀ ਘਰ ਦੇ ਵਿੱਚ ਪੰਜੀਰੀ ਵੀ ਬਣਾਈ ਜਾਂਦੀ ਹੈ ਠੰਡ ਦੇ ਮੌਸਮ ਦੇ ਵਿੱਚ ਤੇ ਪੰਜੀਰੀ ਜੇ ਬਣ ਰਹੀ ਹੈ ਤੇ ਉਹਦੇ ਵਿੱਚ ਅਸੀਂ ਐਸਾ ਕੀ ਹੋਰ ਐਡ ਕਰ ਸਕਦੇ ਹਾਂ ਜਿਹਦੇ ਨਾਲ ਸਾਡੀ ਸਿਹਤ ਨੂੰ ਫਾਇਦਾ ਹੋਵੇ। ਪੰਜੀਰੀ ਦੇ ਵਿੱਚ ਅਗਰ ਤੁਸੀਂ ਸਾਰੇ ਨਟਸ ਐਡ ਕਰਦੇ ਹੋ ਜਿੱਦਾਂ ਆਮੰਡ ਹੋ ਗਏ, ਵਾਲਨਟ ਹੋ ਗਏ ਜਾਂ ਪਿਸਟੈਕਿਓ ਹੋ ਗਏ ਜਾਂ ਸੋਗੀ ਹੋ ਗਈ, ਇਹ ਸਾਰੇ ਤੁਸੀਂ ਐਡ ਆਨ ਕਰੋਗੇ ਤੇ ਸਾਰੇ ਨਟਸ ਵਿੱਚ ਨਾ ਐਂਟੀਆਕਸੀਡੈਂਟਸ ਪ੍ਰੋਪਰਟੀਜ਼ ਹੁੰਦੀਆਂ। ਇਹਨਾਂ ਵਿੱਚ ਆਇਰਨ ਹੁੰਦਾ, ਜਿੱਦਾਂ ਸੋਗੀ 'ਚ ਬਹੁਤ ਜ਼ਿਆਦਾ ਆਇਰਨ ਹੁੰਦਾ। ਫਿਰ ਇਹਨਾਂ ਵਿੱਚ ਜ਼ਿੰਕ ਹੁੰਦਾ, ਸਿਲੀਨੀਅਮ ਹੁੰਦਾ। ਸਿਲੀਨੀਅਮ ਕੀ ਕਰਦਾ, ਜਿਹੜੇ ਥਾਇਰਾਇਡ ਦੇ ਪੇਸ਼ੈਂਟ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਆ। ਤੇ ਅਗਰ ਤੁਸੀਂ ਬੱਚਿਆਂ ਨੂੰ ਵੀ ਇਹ ਖਿਲਾਓਗੇ ਪੰਜੀਰੀ ਸਾਰੇ ਨਟਸ ਪਾ ਕੇ ਤੇ ਓਬਵੀਅਸਲੀ ਬੱਚਿਆਂ ਦਾ ਜਿਹੜਾ ਆਇਰਨ ਦੀ ਜਿੰਨਾ 'ਚ ਡੈਫੀਸ਼ੀਐਂਸੀ ਹੈਗੀ ਆ ਉਹਨਾਂ ਦੀ ਆਇਰਨ ਦੀ ਡੈਫੀਸ਼ੀਐਂਸੀ ਪੂਰੀ ਹੋ ਜਾਏਗੀ। ਤੇ ਹੋਰ ਇਸੇ ਤਰ੍ਹਾਂ ਅਗਰ ਤੁਸੀਂ ਇਹਦੇ ਵਿੱਚ ਜਿੱਦਾਂ ਘਿਓ ਵੀ ਪਿਆ ਹੁੰਦਾ ਤੇ ਜਿਹੜੀ ਤੁਹਾਡੀ ਸਕਿਨ ਦੇ ਵਿੱਚ ਡਰਾਈਨੈਸ ਆਈ ਹੁੰਦੀ ਆ ਉਹ ਤੁਸੀਂ ਜਿੱਦਾਂ ਹੁੰਦਾ ਨਾ ਕਈ ਲੋਕੀ ਕਹਿੰਦੇ ਕਿ ਅਸੀਂ ਜਸਟ ਹਲਕਾ ਜਿਹਾ ਘਿਓ 'ਚ ਰੋਸਟ ਕਰਕੇ ਖਾਣੀ ਹੈ ਜਿੱਦਾਂ weight conscious ਜਿਹੜੇ ਹੁੰਦੇ ਆ, ਪਰ ਇਦਾਂ ਨਹੀਂ ਹੁੰਦਾ। ਸਰਦੀ ਦੇ ਵਿੱਚ ਤੁਹਾਡੀ ਬਾਡੀ ਨੂੰ ਘਿਓ ਚਾਹੀਦਾ ਹੁੰਦਾ ਤੇ ਇਸ ਕਰਕੇ ਤੁਸੀਂ ਪ੍ਰੋਪਰ ਘਿਓ ਦੇ ਵਿੱਚ ਉਹਨੂੰ ਤੁਸੀਂ ਬਣਾ ਕੇ ਖਾਓਗੇ ਤੁਹਾਡੀ ਸਕਿਨ ਦੀ ਜਿਹੜੀ ਡਰਾਈਨੈਸ ਹੈ ਤੁਹਾਨੂੰ ਐਕਸਟਰਾ ਕੋਈ ਮੋਇਸਚਰਾਈਜ਼ਰ ਲਾਉਣ ਦੀ ਜ਼ਰੂਰਤ ਨਹੀਂ ਪਊਗੀ। ਤੁਹਾਡੀ ਸਕਿਨ ਤੇ ਪਹਿਲਾਂ ਆਪੇ ਗਲੋ ਆ ਜਾਊਗਾ, ਅੰਦਰੂਨੀ ਗਲੋ ਆ ਜਾਊਗਾ। ਤੇ ਇਸ ਚੀਜ਼ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਨਾ, ਕਈ ਵਾਰੀ ਅਸੀਂ ਘਿਓ ਘੱਟ ਪਾਉਂਦੇ ਇਸ ਡਰ ਤੋਂ ਕਿ ਜਿੰਨਾ ਘਿਓ ਪਾਵਾਂਗੇ ਉਨੀ ਕੈਲੋਰੀਜ਼ ਜਿਹੜੀ ਹੈ ਉਹ ਸਾਡੇ ਅੰਦਰ ਜਾਣਗੀਆਂ। ਇਹ ਵਿੰਟਰ ਸੀਜ਼ਨ 'ਚ ਤੇ ਇਹ ਚੀਜ਼ਾਂ ਸਾਰੀਆਂ ਵਿੰਟਰ ਸੀਜ਼ਨ 'ਚ ਬਣੀਆਂ ਕਿਉਂਕਿ ਵਿੰਟਰ ਸੀਜ਼ਨ 'ਚ ਘਿਓ ਜਿਹੜਾ ਡਾਈਜੈਸਟ ਹੋ ਜਾਂਦਾ, ਈਜ਼ੀਲੀ ਡਾਈਜੈਸਟ ਹੋ ਜਾਂਦਾ। ਇਹ ਤੁਸੀਂ ਸਮਝ 'ਚ ਨਹੀਂ ਡਾਈਜੈਸਟ ਕਰ ਪਾਉਂਦੇ। ਜੀ ਬਿਲਕੁਲ ਠੀਕ ਗੱਲ ਹੈ। ਤੇ ਪੰਜੀਰੀ ਦੀ ਵੀ ਅਸੀਂ ਗੱਲ ਕੀਤੀ ਤੇ ਹੁਣ ਮੈਂ ਗੱਲ ਕਰਾਂਗੀ ਜਿਹੜੀ ਸਰਦੀਆਂ ਦੀ ਬੜੀ ਆਮ ਤੇ ਬੜੀ ਫੇਮਸ ਆਈਟਮ ਹੈ ਗੱਚਕ। ਹਾਂਜੀ ਹੈ ਨਾ, ਗੱਚਕ ਦੇ ਵਿੱਚ ਤਿਲ ਦੀ ਗੱਚਕ ਵੀ ਆ ਜਾਂਦੀ ਹੈ, ਜਿਸ 'ਚ ਮੂੰਗਫਲੀ ਦੀ ਗੱਚਕ ਵੀ ਆ ਜਾਂਦੀ ਹੈ ਤੇ ਘਰ ਦੇ ਵਿੱਚ ਇਹ ਸਰਦੀਆਂ ਦੇ ਵਿੱਚ ਆਂਦੀ ਵੀ ਹੈ। ਤੇ ਇਹਦੇ ਕੀ ਹੈਲਥ ਬੈਨੀਫਿਟ ਸਾਨੂੰ ਮਿਲ ਸਕਦੇ ਨੇ? ਜੀ ਬਿਲਕੁਲ, ਲੰਚ ਤੋਂ ਬਾਅਦ ਜਾਂ ਡਿਨਰ ਤੋਂ ਬਾਅਦ ਵੈਸੇ ਵੀ ਅਕਸਰ ਮਨ ਕਰਦਾ ਕਿ ਕੁਝ ਮਿੱਠਾ ਖਾਈਏ। ਗੱਚਕ ਖਾਂਦੇ ਆ। ਇਹਦੇ ਵਿੱਚ ਇੱਕ ਤੇ ਪੀਨਟਸ ਹੁੰਦੇ ਆ। ਪੀਨਟਸ ਅਗੇਨ ਹੌਟ ਨੇਚਰ ਦੇ ਹੁੰਦੇ ਆ ਤੇ ਤਿਲ ਵੀ ਹੌਟ ਨੇਚਰ ਦੇ ਹੁੰਦੇ। ਇੱਕ ਤੇ ਤੁਹਾਡੀ ਬਾਡੀ ਨੂੰ ਹੀਟ ਮਤਲਬ ਦਊਗੀ। ਦੂਜਾ ਜਿਹੜਾ ਗੁੜ ਹੁੰਦਾ, ਗੁੜ ਦੇ ਵਿੱਚ ਬਣਾਏ ਜਾਂਦੇ। ਗੁੜ ਜਿਹੜਾ ਵਾ ਉਹਦੇ ਨਾਲ ਕੀ ਤੁਹਾਡੀ ਆਇਰਨ ਜਿਹੜਾ ਵਾ ਤੁਹਾਡੀ ਬਾਡੀ ਦੇ ਵਿੱਚ ਉਹਦੇ ਨਾਲ ਵੱਧਦਾ, ਜਿਹਨਾਂ 'ਚ ਡੈਫੀਸ਼ੀਐਂਸੀ ਹੈਗੀ ਉਹ ਚੀਜ਼ ਆਇਰਨ ਜਿਹੜਾ ਤੁਹਾਡੀ ਮਤਲਬ ਬਾਡੀ ਦੇ ਵਿੱਚ ਉਹ ਵਧਾਉਂਦਾ ਹੈਗਾ। ਤੇ ਇਸ ਕਰਕੇ ਕਿਦਾਂ ਦਾ ਕੰਬੀਨੇਸ਼ਨ ਅਗਰ ਤੁਸੀਂ ਲਓਗੇ, ਇੱਕ ਤੇ ਤੁਹਾਨੂੰ ਆਇਰਨ ਤੁਹਾਡੀ ਬਾਡੀ 'ਚ ਮਿਲੂਗਾ ਤੇ ਇੱਕ ਦੂਜਾ ਤੁਹਾਡੀ ਬਾਡੀ 'ਚ ਹੀਟ ਜਿਹੜੀ ਆ ਉਹ ਰਹੂਗੀ, ਮੇਨਟੇਨ ਰਹੇਗੀ। ਤੇ ਇੱਕ ਪਾਣੀ ਦੀ ਮੈਂ ਇੱਥੇ ਜ਼ਰੂਰ ਗੱਲ ਕਰਾਂਗੀ ਕਿ ਜਿਸ ਤਰ੍ਹਾਂ ਗਰਮੀਆਂ ਹੁੰਦੀਆਂ ਤੇ ਅਸੀਂ ਫ੍ਰਿਜ ਤੋਂ ਬੋਟਲ ਕੱਢਦੇ ਹਾਂ, ਠੰਡਾ ਪਾਣੀ ਲੈ ਲੈਂਦੇ ਹਾਂ, ਉਸ ਵੇਲੇ ਵੀ ਇਹ ਕਿਹਾ ਜਾਂਦਾ ਹੈ ਕਿ ਇੰਨਾ ਠੰਡਾ ਪਾਣੀ ਨਹੀਂ ਲੈਣਾ ਚਾਹੀਦਾ। ਤੇ ਹੁਣ ਸਰਦੀਆਂ ਦੇ ਵਿੱਚ ਜੇ ਅਸੀਂ ਪਾਣੀ ਲੈ ਰਹੇ ਹਾਂ ਤੇ ਕੀ ਇਹ ਜ਼ਰੂਰੀ ਹੈ ਕਿ ਅਸੀਂ ਕੋਸਾ ਕਰਕੇ ਲਈਏ ਤਾਂ ਹੀ ਸਾਨੂੰ ਉਹਦਾ ਫਾਇਦਾ ਮਿਲੇਗਾ ਜਾਂ ਸਾਡੀ ਸਿਹਤ ਲਈ ਉਹ ਚੰਗਾ ਰਹੇਗਾ? ਇਦਾਂ ਨਹੀਂ ਹੈ ਕਿ ਤੁਸੀਂ ਨਾਰਮਲ ਵੀ ਲੈ ਸਕਦੇ ਹੋ, ਬਟ ਅਗਰ ਤੁਹਾਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਹੈ ਨਾ, ਅਗਰ ਤੁਹਾਡੀ ਬਾਡੀ 'ਚ ਚਿਲਸ ਰਹਿੰਦੇ, ਕਈਆਂ ਨੂੰ ਹੁੰਦਾ ਨਾ ਕਈਆਂ ਦੇ ਪੈਰ ਬਹੁਤ ਠੰਡੇ ਰਹਿੰਦੇ ਆ, ਤੇ ਅਗਰ ਇਦਾਂ ਦੇ ਜਿਹੜੇ ਲੋਕ ਹੈਗੇ ਨਾ, ਉਹ ਅਗਰ ਕੋਸਾ ਕਰਕੇ ਪਾਣੀ ਲੈਣਗੇ ਨਾ, ਉਹਨਾਂ ਦੀ ਪ੍ਰੋਬਲਮ ਸਬਸਾਈਡ ਹੋਊਗੀ ਕਿਉਂਕਿ ਉਹਨਾਂ ਦੀ ਬਾਡੀ 'ਚ ਸਾਰਾ ਟਾਈਮ ਹੀਟ ਰਹੂਗੀ ਕਿਉਂਕਿ ਆਪਣੀ ਇੰਟਰਨਲ ਹੀਟ ਹੁੰਦੀ ਆ ਤੇ ਆਪਾਂ ਐਕਸਟਰਨਲੀ ਸਾਨੂੰ ਇਨਵਾਇਰਨਮੈਂਟ ਥੋੜਾ ਬਾਅਦ 'ਚ ਐਗਰੀਵੇਟਡ ਆ, ਸਾਨੂੰ ਠੰਡਾ ਮਿਲਦਾ। ਤੇ ਅਗਰ ਅਸੀਂ ਕੋਸਾ ਕਰਕੇ ਲਵਾਂਗੇ ਤੇ ਸਾਨੂੰ ਸਾਡੀ ਬਾਡੀ 'ਚ ਜਿਹੜੀ ਹੀਟ ਆ ਮੇਨਟੇਨ ਰਹੂਗੀ। ਜੀ ਮਤਲਬ ਜੇ ਅਸੀਂ ਮੀਲਸ ਤੋਂ ਬਾਅਦ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ ਜਾਂ ਰਾਤ ਦੇ ਖਾਣੇ ਤੋਂ ਬਾਅਦ ਜੇ ਅਸੀਂ ਪਾਣੀ ਪੀ ਰਹੇ ਹਾਂ ਥੋੜਾ ਜਿਹਾ ਕੋਸਾ ਕਰਕੇ ਲਈਏ ਤੇ ਉਹਦਾ ਸਾਨੂੰ ਜ਼ਿਆਦਾ ਬੈਨੀਫਿਟ ਜਿਹੜਾ ਹੋਏਗਾ। ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਕੱਪੜੇ ਕਈ ਵਾਰੀ ਜ਼ਿਆਦਾ ਅਸੀਂ ਪਾ ਲੈਂਦੇ ਹਾਂ ਨਾ, ਤੇ ਸਰਦ ਗਰਮ ਵੀ ਹੋ ਜਾਂਦਾ ਹੈ ਤੇ ਹੋਰ ਵੀ ਕਈ ਸਕਿਨ ਰੈਸ਼ਿਸ ਦੀ ਪ੍ਰੋਬਲਮ ਵੀ ਕਈਆਂ ਨੂੰ ਆਉਂਦੀ ਹੈ ਜਿਹੜੀ ਸਰਦੀਆਂ ਦੇ ਵੁਲਨ ਕੱਪੜੇ ਹੁੰਦੇ ਨੇ। ਤੇ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਇਹਦੇ ਲਈ ਤੁਸੀਂ ਜਿਹੜੀ ਸਰਦੀਆਂ ਦੇ ਵਿੱਚ ਨਾ ਸਾਡੇ ਆਯੁਰਵੇਦ 'ਚ ਲਿਖਿਆ ਗਿਆ ਕਿ ਤੁਹਾਨੂੰ ਨਹਾਉਣ ਤੋਂ ਪਹਿਲਾਂ ਜ਼ਰੂਰ ਨਾ ਆਪਣੀ ਬਾਡੀ ਦੀ ਮਸਾਜ ਜ਼ਰੂਰ ਕਰਨੀ ਚਾਹੀਦੀ ਹੈ। ਅੱਛਾ, ਕਿਉਂਕਿ ਸਕਿਨ ਡਰਾਈ ਹੁੰਦੀ ਹੈ, ਡਰਾਈ ਉੱਪਰ ਤੁਸੀਂ ਵਾਰਮ ਕੱਪੜੇ ਪਾਉਂਦੇ ਤਾਂ ਤੁਹਾਨੂੰ ਐਲਰਜੀ ਇਸ਼ੂ ਆਉਣਗੇ। ਅਗਰ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਕਿ ਤੁਸੀਂ ਮਸਾਜਿਸ ਨਹੀਂ ਕਰ ਸਕਦੇ, ਜਸਟ ਤੁਸੀਂ ਹਲਕਾ ਜਿਹਾ ਸਰੋਂ ਦਾ ਤੇਲ ਲੈ ਲਓ, ਤੁਸੀਂ ਆਪਣੀ ਬਾਡੀ ਤੇ ਲਗਾ ਲਓ, ਜਾਂ ਫਿਰ ਤੁਸੀਂ ਕੋਈ ਨਾਗਰ ਮੋਥਾ ਦਾ ਆਇਲ ਆਉਂਦਾ, ਅਗਰ ਤੁਸੀਂ ਉਹ ਲੈ ਕੇ ਤੁਸੀਂ ਲਗਾ ਲਓ, ਆਪਣੀ ਨੇਵਲ ਤੇ ਲਗਾ ਲਓ, ਤਾਂ ਤੁਹਾਡੀ ਉਹ ਪ੍ਰੋਬਲਮ ਵੀ ਸਬਸਾਈਡ ਹੋ ਸਕਦੀ ਹੈ। ਜੀ, ਤੇ ਡਾਕਟਰ ਸਾਹਿਬ ਬਹੁਤ ਸਾਰੇ ਦਰਸ਼ਕ ਜਿਹੜੇ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦੀ ਕੁਝ ਇਦਾਂ ਦੀ ਸਮੱਸਿਆਵਾਂ ਨੇ, ਉਹ ਵੀ ਤੁਹਾਡੇ ਨਾਲ ਉਹ ਸਮੱਸਿਆਵਾਂ ਡਿਸਕਸ ਕਰਨਾ ਚਾਹੁੰਦੇ ਨੇ। ਜੇ ਉਹਨਾਂ ਨੂੰ ਕੋਈ ਮੈਡੀਸਿਨ ਲੈਣੀ ਹੈ ਜਾਂ ਸਲਾਹ ਲੈਣੀ ਹੈ ਤਾਂ ਕਿੱਦਾਂ ਲੈ ਸਕਦੇ ਨੇ? ਹਾਂਜੀ, ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ 9915716444 ਤੇ। ਤੁਸੀਂ WhatsApp ਵੀ ਕਰ ਸਕਦੇ ਹੋ, ਤੁਸੀਂ ਕਾਲ ਵੀ ਕਰ ਸਕਦੇ ਹੋ, ਤੇ ਮੈਂ ਤੁਹਾਨੂੰ
ਹੈਲਪ ਕਰਾਂਗੀ। ਜੀ ਤੇ ਡਾਕਟਰ ਸਾਹਿਬ ਹੁਣ ਗੱਲ ਕਰਾਂਗੇ ਧੁੱਪ ਦੀ, ਹੈ ਨਾ। ਸਰਦੀਆਂ ਦੇ ਵਿੱਚ ਸਭ ਨੂੰ ਇਹ ਲਾਹਾ ਹੁੰਦਾ ਹੈ ਕਿ ਧੁੱਪ ਆਈ ਹੈ, ਧੁੱਪ ਸੇਕ ਲਈਏ, ਸਰੀਰ ਨੂੰ ਗਰਮ ਕਰ ਲਈਏ, ਤੇ ਕਿੰਨੀ ਕੁ ਦੇਰ ਧੁੱਪ ਜਿਹੜੀ ਸੇਕਣੀ ਉਹ ਜ਼ਰੂਰ ਚਾਹੀਦੀ ਹੈ ਸਭ ਨੂੰ, ਤਾਂ ਕਿ ਜਿਹੜੀ ਸਰੀਰ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਹੋ ਸਕੇ। ਬਿਲਕੁਲ, ਜਿਹੜੀ ਧੁੱਪ ਹੁੰਦੀ ਨਾ 12 ਵਜੇ ਤੋਂ ਪਹਿਲਾਂ ਵਾਲੀ, ਉਹ ਤਾਂ ਸਭ ਤੋਂ ਵਧੀਆ ਹੁੰਦੀ, ਉਹਦੇ 'ਚ ਤੁਹਾਨੂੰ ਵਿਟਾਮਿਨ ਡੀ ਮਿਲਦਾ ਹੁੰਦਾ। ਜਿਹੜੀ ਆਪਾਂ ਐਕਸਟ੍ਰੀਮ ਦੁਪਹਿਰ ਨੂੰ ਜਿਹੜੀ ਬਹਿ ਕੇ ਧੁੱਪ ਸੇਕਦੇ ਨਾ, ਉਹ ਇੰਨੀ ਨਹੀਂ ਹੁੰਦੀ, ਉਹਦੇ 'ਚ ਤੁਹਾਨੂੰ ਕਦੀ ਹੈਡੇਕ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਕਿਉਂਕਿ ਉਹ 'ਚ ਰੇਜ਼ ਬਹੁਤ ਜ਼ਿਆਦਾ ਸਟਰੋਂਗ ਹੁੰਦੀਆਂ, ਕਿਉਂਕਿ ਨਾਰਮਲੀ ਆਪਾਂ ਬਹਿੰਦੇ ਦੁਪਹਿਰ ਨੂੰ ਹੀ ਆ, ਖਾਣਾ ਖਾਣ ਤੋਂ ਬਾਅਦ। ਬਿਲਕੁਲ ਠੀਕ ਗੱਲ। ਲੇਕਿਨ ਉਹ ਟਾਈਮ ਜਿਹੜੀ ਧੁੱਪ ਹੁੰਦੀ ਬਹੁਤ ਤਿੱਖੀ ਹੁੰਦੀ ਆ, ਉਹਦੇ 'ਚ ਕਦੀ ਤੁਹਾਨੂੰ ਹੈਡੇਕ ਇਸ਼ੂਜ਼ ਵੀ ਆ ਸਕਦੇ, ਐਲਰਜਿਕ ਇਸ਼ੂਜ਼ ਵੀ ਆ ਸਕਦੇ। ਜਿਹੜੀ ਮੇਨ ਜਿਹੜੀ ਧੁੱਪ ਸੇਕਣੀ ਹੁੰਦੀ ਨਾ, ਉਹ ਹੁੰਦੀ ਆ 12 ਵਜੇ ਤੋਂ ਪਹਿਲਾਂ ਜਿਹੜੀ ਧੁੱਪ ਆਉਂਦੀ ਨਾ, ਤੁਸੀਂ ਉਹ ਜਿਹੜੀ ਮੱਠੀ ਧੁੱਪ ਹੁੰਦੀ ਉਹ ਸੇਕਣੀ ਚਾਹੀਦੀ ਹੈ। ਜੀ ਠੀਕ ਹੈ, 12 ਵਜੇ ਤੋਂ ਪਹਿਲੇ ਵਾਲੀ। ਹਾਂ, ਕਈ ਵਾਰੀ ਜੀ ਵਿਟਾਮਿਨ ਡੀ ਜਿਹੜਾ ਵਾ ਉਹ ਤੁਹਾਡੀ ਬਾਡੀ ਦੇ ਵਿੱਚ ਮਿਲਦਾ। ਜੀ ਬੜੀ ਤੁਸੀਂ ਵਧੀਆ ਗੱਲ ਦੱਸੀ, ਕਿਉਂਕਿ ਅਵੇਅਰਨੈਸ ਕਈ ਵਾਰ ਨਹੀਂ ਹੁੰਦੀ, ਤੇ ਆਮ ਤੌਰ ਤੇ ਇਦਾਂ ਹੀ ਹੁੰਦਾ। ਹਾਂ, ਹਮੇਸ਼ਾ ਹੁੰਦਾ ਹੈ ਕਿ ਅਸੀਂ 12 ਵਜੇ ਤੋਂ ਬਾਅਦ ਵਾਲੀ ਧੁੱਪ ਸੇਕਦੇ ਹਾਂ। ਹਾਂਜੀ, ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ 12 ਤੋਂ ਪਹਿਲੇ ਦੀ ਜਿਹੜੀ ਧੁੱਪ ਸੇਕੀਏ, ਕਿਉਂਕਿ ਉਹ ਧੁੱਪ ਦੇ ਵਿੱਚ ਨਾ ਜਿੱਦਾਂ ਕਹਿ ਲਓ ਕਿ ਇੰਨੀਆਂ ਰੇਜ਼ ਨਹੀਂ ਹੁੰਦੀਆਂ, ਤੇ ਤੁਹਾਡੀ ਬਾਡੀ ਨੂੰ ਤੁਸੀਂ ਵਿਟਾਮਿਨ ਡੀ ਜਿਹੜਾ ਤੁਸੀਂ ਲੈ ਸਕਦੇ ਹੋ। ਜਿਹੜੀ ਦੁਪਹਿਰ ਵਾਲੀ ਧੁੱਪ 'ਚ ਤੁਹਾਨੂੰ ਵਿਟਾਮਿਨ ਡੀ ਚ ਰੇਜ਼ ਬਹੁਤ ਸਟਰੋਂਗ ਹੁੰਦੀਆਂ, ਤੁਹਾਡੀ ਹੈਡੇਕ, ਜਿੱਦਾਂ ਆਪਾਂ ਬੈਠਨੇ ਕਦੀ ਹੁੰਦਾ ਨਾ ਕਿ ਹੈਡੇਕ, ਸਿਰ ਦੁਖਣ ਲੱਗ ਪੈਂਦਾ, ਸਰਦ ਗਰਮ ਮਹਿਸੂਸ ਕਰਦੇ ਹਾਂ ਅਸੀਂ, ਉਹ ਵਾਲੀ ਧੁੱਪ ਜਿਹੜੀ ਉਹ ਬਹੁਤ ਸਟਰੋਂਗ ਹੁੰਦੀ, ਉਹਦੇ 'ਚ ਨਹੀਂ ਬਹਿਣਾ ਚਾਹੀਦਾ। ਜੀ ਬਿਲਕੁਲ ਠੀਕ ਤੁਸੀਂ ਕਿਹਾ। ਤੇ ਧੁੱਪੇ ਜਦੋਂ ਬੈਠਣ ਦੀ ਗੱਲ ਆਉਂਦੀ ਹੈ ਤਾਂ ਗੱਲ ਇਹ ਵੀ ਆਉਂਦੀ ਹੈ ਕਿ ਸਰਦੀ ਦਾ ਮੌਸਮ ਹੈ, ਧੁੱਪੇ ਬੈਠੇ ਆ ਤੇ ਹੱਥ ਦੇ ਵਿੱਚ ਕਿੰਨੂ ਤੇ ਸੰਤਰੇ ਵੀ ਆ ਜਾਂਦੇ ਨੇ, ਤੇ ਇਹਦੇ ਕੀ ਹੈਲਥ ਬੈਨੀਫਿਟਸ ਨੇ ਜੇ ਅਸੀਂ ਸਰਦੀਆਂ ਦੇ ਵਿੱਚ ਕਿੰਨੂ ਦਾ ਜੂਸ ਲੈਂਦੇ ਆ, ਸੰਤਰੇ ਬੈਠ ਕੇ ਧੁੱਪ ਦੇ ਵਿੱਚ ਖਾਂਦੇ ਆ? ਹਾਂਜੀ ਬਿਲਕੁਲ, ਜਿੱਦਾਂ ਕਿ ਸਰਦੀਆਂ ਵਿੱਚ ਸਾਨੂੰ ਕੋਲਡ ਕਫ ਰਹਿੰਦਾ, ਕੋਲਡ ਕਫ ਜਿਹੜਾ ਨਾ ਵਿਟਾਮਿਨ ਸੰਤਰੇ ਤੇ ਕਿਨੂਆਂ ਵਿੱਚ ਵਿਟਾਮਿਨ ਸੀ ਹੁੰਦਾ। ਵਿਟਾਮਿਨ ਸੀ ਦਾ ਅਗਰ ਆਪਾਂ ਸੇਵਨ ਡੇਲੀ ਰੂਟੀਨ 'ਚ ਕਰਾਂਗੇ ਨਾ, ਸਾਨੂੰ ਪ੍ਰੋਬਲਮ ਹੀ ਨਹੀਂ ਆਊਗੀ। ਅੱਛਾ, ਕੋਲਡ ਕਫ ਦੀ ਪ੍ਰੋਬਲਮ ਹੀ ਨਹੀਂ ਆਊਗੀ। ਅਗਰ ਬਾਈ ਚਾਂਸ ਕਿਸੇ ਨੂੰ ਕੋਲਡ ਕਫ ਹੋ ਵੀ ਗਿਆ ਨਾ, ਗਲਾ ਕਿਸੇ ਦਾ ਖਰਾਬ, ਅਗਰ ਵਿਟਾਮਿਨ ਸੀ ਤੁਸੀਂ ਧੁੱਪੇ ਬੈਠ ਕੇ ਤੁਸੀਂ ਸੰਤਰਾ ਖਾ ਲੋਗੇ ਜਾਂ ਔਰੇਂਜ ਖਾ ਲੋਗੇ ਨਾ, ਤੇ ਤੁਹਾਡੀ ਉਹ ਪ੍ਰੋਬਲਮ ਸਬਸਾਈਡ ਹੋ ਜਾਊਗੀ। ਜੀ, ਕਿਉਂਕਿ ਵਿਟਾਮਿਨ ਸੀ ਜਿਹੜੀ ਹੈ ਤੁਹਾਨੂੰ ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼ ਹੁੰਦੀਆਂ, ਉਹ ਤੁਹਾਡੀ ਪ੍ਰੋਬਲਮ ਨੂੰ ਸਹੀ ਕਰ ਦਿੰਦੀਆਂ ਨੇ। ਜੀ, ਤੇ ਤੁਸੀਂ ਇਹ ਸਲਾਹ ਜ਼ਰੂਰ ਦਿੰਦੇ ਹੋ ਕਿ ਧੁੱਪ ਦੇ ਵਿੱਚ ਜੇ ਅਸੀਂ ਬੈਠੇ ਹਾਂ ਤੇ ਸਾਨੂੰ ਵਿਟਾਮਿਨ ਸੀ ਲੈਣਾ ਚਾਹੀਦਾ, ਤਾਂ ਕਿ ਜਿਹੜੀ ਛੋਟੀ ਮੋਟੀ ਸਾਡੇ ਸਰੀਰ ਦੇ ਵਿੱਚ ਪ੍ਰੋਬਲਮਸ ਹੈ ਉਹ ਦੂਰ ਹੋ ਸਕਣ। ਤੇ ਇੱਕ ਹੋਰ ਚੀਜ਼ ਹੈ ਡਾਕਟਰ ਸਾਹਿਬ, ਉਹ ਹੈ ਚਾਹ, है ना। ठंड है, जे सवेरे उठे हैं तो चाह पी लो, गर्मी मिल जाएगी। थोड़ी देर फिर होंदी है जी ऑफिस दे विच जांदे, चाह पी लो, गर्मी मिल जाएगी। शामी घर आंदे चाह पी लो, राती सोन लगे फिर चाह पी लो। इन्नी चाह जदों हो जाती है तो ओहदे की नुकसान साडू हो सकते हैं? अगर आप लिमिट तो ज़्यादा चाह भी पींदे ना, 3-4 कप अगर चाह ले लेने तो साडी बॉडी च टॉक्सिन्स ही पैदा करदे आ, क्योंकि चाह दे विच ना टैनिन नाम दा एक पाया जांदा, एक कैमिकल आ। ਉਹ ਕੀ ਕਰਦਾ ਕਿ ਜਿੰਨੀ ਅਗਰ ਆਪਾਂ ਫੂਡ 'ਚ ਜਿੱਦਾਂ ਆਇਰਨ ਲੈ ਰਹੇ ਹਾਂ, ਕੈਲਸ਼ੀਅਮ ਲੈ ਰਹੇ ਹਾਂ, ਉਹ ਟੈਨਿਨ ਕੀ ਕਰਦਾ, ਆਇਰਨ ਕੈਲਸ਼ੀਅਮ ਦੀ ਅਬਜ਼ੌਰਪਸ਼ਨ ਨੂੰ ਰੋਕ ਦਿੰਦਾ। ਅਗਰ ਆਪਾਂ ਕਿੰਨੀ ਵਧੀਆ ਡਾਈਟ ਵੀ ਲੈ ਰਹੇ ਹਾਂ ਨਾ, ਤੇ ਉਹ ਤੁਹਾਡੀ ਅਬਜ਼ੌਰਪਸ਼ਨ ਉਹਦੀ ਨਹੀਂ ਹੋਣ ਦਿੰਦਾ। ਅਗਰ ਤੁਸੀਂ ਐਕਸੈਸ 'ਚ ਲੈਂਦੇ ਪਏ, ਅਗਰ ਤੁਸੀਂ ਇੱਕ ਅੱਧਾ ਕੱਪ ਲੈ ਰਹੇ ਹੋ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਬਟ ਅਗਰ ਤੁਸੀਂ ਜ਼ਿਆਦਾ ਲੈ ਰਹੇ ਹੋ, ਤੁਹਾਡੀ ਨਾ ਬੋਡੀ 'ਚ ਆਇਰਨ ਮਿਲਣਾ, ਨਾ ਤੁਹਾਡੀ ਬੋਡੀ 'ਚ ਕੈਲਸ਼ੀਅਮ ਮਿਲਣਾ। ਫਿਰ ਤੁਹਾਨੂੰ ਐਸਿਡਿਟੀ ਦੀ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ। ਫਿਰ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੋ ਸਕਦੀ, ਕਿਉਂਕਿ ਇੰਨੀ ਵਾਰ ਤੁਸੀਂ ਚਾਹ ਪੀਓਗੇ ਤੁਹਾਡੀ ਡਾਈਜੈਸਟਿਵ ਪ੍ਰੋਬਲਮ ਜਿਹੜੀਆਂ ਮਤਲਬ ਸ਼ੁਰੂ ਹੋ ਸਕਦੀਆਂ। ਫਿਰ ਤੁਹਾਨੂੰ ਇਹ ਹੋ ਸਕਦਾ ਕਿ ਇੰਨੀ ਚਾਹ ਦੇ ਵਿੱਚ ਜਿੱਦਾਂ ਨਿਕੋਟੀਨ ਇੰਨਾ ਜ਼ਿਆਦਾ ਪਾਇਆ ਜਾਂਦਾ, ਉਹ ਤੁਹਾਡੀ ਸਲੀਪ ਜਿਹੜੀ ਹੈ ਡਿਸਟਰਬ ਹੋ ਸਕਦੀ, ਤੁਹਾਨੂੰ ਇਨਸੋਮਨੀਆ ਇਸ਼ੂਜ਼ ਹੋ ਸਕਦੇ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਣੀ, ਫਿਰ ਤੁਹਾਡਾ ਸਾਰਾ ਜਿਹੜਾ ਪੈਟਰਨ ਉਹੀ ਵਿਗੜ ਜਾਣਾ। ਤੇ ਇਹਨੂੰ ਅਸੀਂ ਇਦਾਂ ਕਰ ਸਕਦੇ ਹਾਂ ਕਿ ਜੇ ਅਸੀਂ ਸਵੇਰ ਦੇ ਵੇਲੇ ਚਾਹ ਲੈ ਰਹੇ ਹਾਂ, ਸ਼ਾਮੀ ਅਸੀਂ ਗ੍ਰੀਨ ਟੀ ਲੈ ਲਈਏ, ਤੇ ਇਹਨੂੰ ਇਦਾਂ ਰਿਪਲੇਸ ਕਰਕੇ ਅਸੀਂ ਫਾਇਦਾ ਚੱਕ ਸਕਦੇ ਹਾਂ। ਜੀ ਬਿਲਕੁਲ, ਤੁਸੀਂ ਮਾਰਨਿੰਗ 'ਚ ਇੱਕ ਚਾਹ ਲੈ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਅਗਰ ਤੁਸੀਂ ਲੈਣੀ ਹੈ, ਕਿਉਂਕਿ ਸਾਨੂੰ ਚਾਹੀਦਾ ਤੇ ਇਹੀ ਨਾ ਕਿ ਸਾਡੀ ਬਾਡੀ ਥੋੜੀ ਐਕਟੀਵੇਟ, ਐਨਰਜੀ ਬੂਸਟ ਅਪ ਹੋ ਜਾਏ। ਕੈਫੀਨ ਉਹਦੇ 'ਚ ਵੀ ਹੁੰਦੀ ਹੈ, ਗ੍ਰੀਨ ਟੀ 'ਚ ਤੁਸੀਂ ਗ੍ਰੀਨ ਟੀ ਲੈ ਸਕਦੇ ਹੋ। ਤੁਸੀਂ ਸ਼ਾਮ ਨੂੰ ਗ੍ਰੀਨ ਟੀ ਲੈ ਸਕਦੇ ਹੋ। ਤੁਸੀਂ ਇੱਕ ਡਿਨਰ ਤੋਂ ਪਹਿਲਾਂ ਵੀ ਤੁਸੀਂ ਗ੍ਰੀਨ ਟੀ ਲੈ ਸਕਦੇ ਹੋ, ਲੇਕਿਨ ਡਿਨਰ ਤੋਂ ਬਾਅਦ ਗ੍ਰੀਨ ਟੀ ਨਹੀਂ ਲੈਣੀ ਹੁੰਦੀ, ਕਿਉਂਕਿ ਸੌਣ ਤੋਂ ਪਹਿਲਾਂ ਅਗਰ ਤੁਸੀਂ ਗ੍ਰੀਨ ਟੀ ਵੀ ਲਓਗੇ ਨਾ ਤਾਂ ਤੁਹਾਡੀ ਬੋਡੀ ਨੂੰ ਨੁਕਸਾਨ ਹੋਏਗੀ, ਤੁਹਾਨੂੰ ਨੀਂਦ ਨਹੀਂ ਆਏਗੀ। ਬਿਲਕੁਲ ਠੀਕ ਗੱਲ ਹੈ, ਮਤਲਬ ਕਿ ਜਾਂ ਤਾਂ ਅਸੀਂ ਡਿਨਰ ਤੋਂ ਪਹਿਲੇ ਲਈਏ ਜਾਂ ਸ਼ਾਮ ਦੇ ਟਾਈਮ ਜਦੋਂ ਟੀ ਟਾਈਮ ਹੁੰਦਾ, ਈਵਨਿੰਗ ਟੀ ਟਾਈਮ, ਉਹਨੂੰ ਅਸੀਂ ਉਹ ਚਾਹ ਨਾਲ ਲੈ ਕੇ ਅਸੀਂ ਗ੍ਰੀਨ ਟੀ ਜਿਹੜੀ ਹੈ ਉਹ ਲੈ ਸਕਦੇ ਹਾਂ। ਉਹ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੋਏਗੀ, ਖਾਸ ਤੌਰ ਤੇ ਸਰਦੀਆਂ ਦੇ ਵਿੱਚ। ਅਸੀਂ ਚਾਹ ਦੀ ਵੀ ਗੱਲ ਕੀਤੀ, ਅਸੀਂ ਗ੍ਰੀਨ ਟੀ ਦੀ ਵੀ ਗੱਲ ਕੀਤੀ, ਤੇ ਹੁਣ ਕਾਫੀ ਦੀ ਮੈਂ ਜ਼ਰੂਰ ਗੱਲ ਕਰਾਂਗੀ, ਹੈ ਨਾ, ਕਿਉਂਕਿ ਕਾਫੀ ਲਵਰਸ ਵੀ ਬਹੁਤ ਸਾਰੇ ਨੇ ਸਾਡੇ ਦਰਸ਼ਕ। ਤੇ ਕਾਫੀ ਦੇ ਕੀ ਹੈਲਥ ਬੈਨੀਫਿਟਸ ਨੇ, ਜਾਂ ਫਿਰ ਜਦੋਂ ਅਸੀਂ ਐਕਸੈਸ ਦੇ ਵਿੱਚ ਕਾਫੀ ਲੈਂਦੇ ਜਾਂ ਬਲੈਕ ਕਾਫੀ ਦਾ ਅੱਜਕੱਲ ਜਿੱਦਾਂ ਟ੍ਰੈਂਡ ਹੈ ਨਾ, ਸਵੇਰੇ ਉੱਠਦੇ ਹੀ ਲੋਕ ਇੱਕ ਕੱਪ ਬਲੈਕ ਕਾਫੀ ਲੈਂਦੇ ਆ, ਇਹਦਾ ਫਾਇਦਾ ਹੁੰਦਾ ਹੈ ਕਿ ਇਹਦਾ ਨੁਕਸਾਨ ਹੈ? ਬਲੈਕ ਕੌਫੀ ਵੈਸੇ ਤਾਂ ਬਹੁਤ ਫਾਇਦੇਮੰਦ ਆ ਬਾਡੀ ਦੇ ਵਿੱਚ। ਉਹ ਕਹਿ ਲਓ ਕਿ ਜਿਹੜਾ ਜਿਨ੍ਹਾਂ ਨੂੰ ਕਈਆਂ ਨੂੰ ਲਿਵਰ ਦੀ ਪ੍ਰੋਬਲਮ ਹੁੰਦੀ ਹੈ, ਜਿਨ੍ਹਾਂ ਦੇ ਸਿਰੋਸਿਸ ਹੋ ਜਾਂਦਾ, ਕਈਆਂ ਨੂੰ ਨਾ ਲਿਵਰ ਦੀ ਇਨਫਲੇਮੇਸ਼ਨ ਹੋ ਜਾਂਦੀ, ਉਹਦੇ ਵਿੱਚ ਬਲੈਕ ਕੌਫੀ ਬਹੁਤ ਵਧੀਆ ਕੰਮ ਕਰਦੀ ਹੈ। ਅੱਛਾ, ਅਗਰ ਆਪਾਂ 2-3 ਵਾਰੀ ਬਲੈਕ ਕੌਫੀ ਲੈਂਦੇ ਤੇ ਉਹ ਪ੍ਰੋਬਲਮ ਸਬਸਾਈਡ ਵੀ ਹੋ ਜਾਂਦੀ ਕਦੀ ਕਦੀ, ਬਹੁਤ ਬਹੁਤ ਵਧੀਆ ਵਾ। ਜਿਹੜੇ ਜਿਮ ਕਰਦੇ ਆ
ਉਹਨਾਂ ਵਾਸਤੇ ਕਹਿ ਲਓ ਕਿ ਬਲੈਕ ਕਾਫੀ ਪੀ ਕੇ ਜਾਂਦੇ ਤੇ ਉਹਨਾਂ ਨੂੰ એનર્ਜੀ ਮਿਲ ਜਾਂਦੀ, ਐਨਰਜਾਈਜ਼ ਹੋ ਜਾਂਦੇ ਤੇ ਉਹ ਜਿਮਿੰਗ ਆਪਣੀ ਬੜੀ ਵਧੀਆ ਕਰ ਲੈਂਦੇ ਆ। ਤੇ ਹੋਰ ਵੀ ਜਿੱਦਾਂ ਕਿ ਜਿਹੜੇ ਬੱਚੇ ਹੁੰਦੇ ਜਿਨ੍ਹਾਂ ਨੂੰ ਪੜ੍ਹਨਾ ਹੁੰਦਾ, ਅਗਰ ਅਸੀਂ ਬਲੈਕ ਕਾਫੀ ਉਹ ਵੀ ਪੀਂਦੇ ਤਾਂ ਉਹਨਾਂ ਦੀ ਕਹਿ ਲਓ ਕਿ ਮਾਈਂਡ ਜਿਹੜਾ ਵਾ ਐਨਰਜਾਈਜ਼ ਹੋ ਜਾਂਦਾ ਤੇ ਉਹ ਆਰਾਮ ਨਾਲ ਆਪਣਾ ਪੜ੍ਹ ਲੈਂਦੇ ਆ। ਅਗਰ ਆਪਾਂ ਲਿਮਿਟ 'ਚ ਲੈਂਦੇ ਆ 1 ਕੱਪ ਜਾਂ 2 ਕੱਪ ਜਾਂ 3 ਤੱਕ ਕੱਪ ਤੁਸੀਂ ਲੈ ਲੈਂਦੇ ਹੋ ਤੇ ਠੀਕ ਰਹਿੰਦੇ ਆ। ਬਟ ਅਗਰ ਤੁਸੀਂ ਐਕਸੈਸ 'ਚ ਲੈਂਦੇ ਹੋ ਨਾ ਤੇ ਫਿਰ ਬਲੈਕ ਕਾਫੀ ਉਹੀ ਸੇਮ ਪ੍ਰੋਬਲਮ ਜਿਹੜੀ ਚਾਹ ਵਾਲੀ ਹੈ ਕਿ ਤੁਹਾਡੀ ਸਲੀਪ ਨੂੰ ਡਿਸਟਰਬ ਕਰ ਦਿੰਦੀ ਹੈ, ਐਬਜ਼ੌਰਪਸ਼ਨ ਨਹੀਂ ਹੋਣ ਦਿੰਦੀ, ਨਾ ਆਇਰਨ ਦੀ, ਨਾ ਕੈਲਸ਼ੀਅਮ ਦੀ, ਨਾ ਜ਼ਿੰਕ ਦੀ ਐਬਜ਼ੌਰਪਸ਼ਨ ਨੂੰ ਰੋਕ ਦਿੰਦੀ ਆ ਤੇ ਤੁਹਾਡੀ ਜਿਹੜੀ ਆ ਡਾਈਜੈਸ਼ਨ ਪ੍ਰੋਬਲਮਸ ਆ ਜਾਂਦੀਆਂ। ਇਸ ਕਰਕੇ ਲਿਮਿਟ ਵਿੱਚ ਤੁਸੀਂ ਲੈ ਸਕਦੇ ਹੋ, ਬਹੁਤ ਸਹੀ ਹੈ ਬਲੈਕ ਕਾਫੀ, ਲੇਕਿਨ ਅਗਰ ਤੁਸੀਂ ਐਕਸੈਸ ਕਰਦੇ ਹੋ ਹਰ ਚੀਜ਼ ਦਾ ਤੇ ਉਹ ਤੁਹਾਡੇ ਲਈ ਨੁਕਸਾਨ ਜਿਹੜਾ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਕਾਫੀ ਦਾ ਇੱਕ ਹੋਰ ਰੂਪ ਬਦਲ ਕੇ ਜਿੱਦਾਂ ਲਿੱਤਾ ਜਾਂਦਾ ਕੋਲਡ ਕਾਫੀ ਬਣਾ ਕੇ, ਹੈ ਨਾ, ਕੋਲਡ ਕਾਫੀ ਬਣਾ ਲਈਏ ਜਾਂ ਫਿਰ ਹੋਰ ਕਿਸੇ ਸ਼ੇਕ ਦੀ ਅਸੀਂ ਗੱਲ ਕਰੀਏ, ਜੇ ਗਰਮੀਆਂ ਆਉਂਦੀਆਂ ਤਾਂ ਮੈਂਗੋ ਸ਼ੇਕ ਜਾਂ ਬਨਾਨਾ ਸ਼ੇਕ, ਫਿਰ ਕੋਲਡ ਕਾਫੀ ਹੋ ਗਈ, ਫਿਰ ਹੋਰ ਵੀ ਪਪੀਤਾ ਸ਼ੇਕ, ਕਈ ਸ਼ੇਕ ਸਾਡੇ ਸਾਹਮਣੇ ਜਿਹੜੇ ਸਾਡੇ ਕੋਲ ਚੋਇਸਸ ਹੁੰਦੀਆਂ ਨੇ। ਜੇ ਅਸੀਂ ਇਹ ਸ਼ੇਕਸ ਲੈਂਦੇ ਆ ਤੇ ਸਾਨੂੰ ਉਨੇ ਹੀ ਹੈਲਥ ਬੈਨੀਫਿਟ ਹੁੰਦੇ ਨੇ? ਜੀ ਨਹੀਂ, ਬਿਲਕੁਲ ਉਹਦਾ ਜ਼ੀਰੋ ਬੈਨੀਫਿਟ ਮਿਲਦਾ। ਅੱਛਾ, ਜ਼ੀਰੋ ਬੈਨੀਫਿਟ ਮਿਲਦਾ ਕਿਉਂਕਿ ਜਦੋਂ ਅਸੀਂ ਦੁੱਧ ਦੇ ਵਿੱਚ ਕੋਈ ਵੀ ਫਰੂਟ ਨੂੰ ਮਿਕਸ ਕਰਦੇ ਆ ਤੇ ਉਹ ਕਹਿ ਲਓ ਇਨਕੰਪੈਟੀਬਿਲਿਟੀ ਬਣ ਜਾਂਦੀ ਹੈ, ਇਸ ਕਰਕੇ ਵਿਰੁੱਧਹਾਰ ਬਣ ਜਾਂਦਾ। ਇਸ ਕਰਕੇ ਉਹ ਤੁਹਾਨੂੰ ਕੋਈ ਵੀ ਨੁਕਸਾਨ, ਨਾ ਤੁਹਾਨੂੰ ਉਹਦੇ ਵਿੱਚ ਦੁੱਧ ਦਾ ਫਾਇਦਾ ਮਿਲਦਾ ਤੇ ਨਾ ਹੀ ਤੁਹਾਨੂੰ ਉਹਦੇ ਵਿੱਚ ਫਰੂਟ ਦਾ ਫਾਇਦਾ ਮਿਲਦਾ। ਇਸ ਕਰਕੇ ਤੁਸੀਂ ਫਰੂਟ ਨੂੰ ਅਲੱਗ ਲਓ, ਮਿਲਕ ਨੂੰ ਤੁਹਾਨੂੰ ਅਲੱਗ ਲੈਣਾ ਚਾਹੀਦਾ ਜੀ। ਤੇ ਜੇ ਕਾਫੀ ਅਸੀਂ ਪਾ ਕੇ ਲੈਣੇ, ਕੋਲਡ ਕਾਫੀ ਜਿੱਦਾਂ ਮੈਂ ਗੱਲ ਕੀਤੀ, ਤੇ ਕੋਲਡ ਕਾਫੀ ਅਸੀਂ ਪੀ ਸਕਦੇ ਹਾਂ? ਉਹ ਠੀਕ ਹੈ, ਕੋਲਡ ਕਾਫੀ ਠੀਕ ਆ, ਕੋਲਡ ਕਾਫੀ ਤੁਸੀਂ ਪੀ ਸਕਦੇ ਆ, ਬਟ ਉਹਦੇ ਵਿੱਚ ਜਿੱਦਾਂ ਬਹੁਤ ਜ਼ਿਆਦਾ ਕਈ ਆਈਸ ਪਾ ਲੈਂਦੇ, ਬਹੁਤ ਹੀ ਠੰਡੀ ਕਰ ਲੈਂਦੇ, ਉਹ ਵੀ ਤੁਹਾਡੀ ਡਾਈਜੈਸ਼ਨ ਨੂੰ ਅਸਰ ਪਾਉਂਦੀ ਹੈ। ਬਿਲਕੁਲ, ਮਤਲਬ ਆਯੁਰਵੇਦ ਕਹਿੰਦਾ ਕਿ ਜੋ ਚੀਜ਼ਾਂ ਗ੍ਰੰਥ 'ਚ ਲਿਖੀਆਂ ਹੈਗੀਆਂ ਨਾ ਕਿ ਠੰਡੀ ਆ ਤੇ ਠੰਡੀ ਲੈਣੀ ਹੈ, ਗਰਮ ਆ ਤੇ ਗਰਮ ਲੈਣੀ, ਉੱਦਾਂ ਹੀ ਲੈਣੀਆਂ ਚਾਹੀਦੀਆਂ, ਉੱਦਾਂ ਹੀ ਲੈਣੀਆਂ ਚਾਹੀਦੀਆਂ। ਤੇ ਬਹੁਤ ਸਾਰੇ ਲੋਕ ਇਹ ਵੀ ਜਿੱਦਾਂ ਕਹਿੰਦੇ ਨੇ ਕਿ ਦੁੱਧ ਉਹਨਾਂ ਨੂੰ ਸੂਟ ਨਹੀਂ ਕਰਦਾ, ਹੈ ਨਾ। ਕਈ ਲੋਕ ਕਹਿੰਦੇ ਨੇ ਕਿ ਅਸੀਂ ਜਿੱਦਾਂ ਰਾਤੀ ਦੁੱਧ ਪੀਂਦੇ ਆ ਤੇ ਸਾਨੂੰ ਸੂਟ ਨਹੀਂ ਕਰਦਾ, ਅਸੀਂ ਫਰੈਸ਼ ਨਹੀਂ ਫੀਲ ਕਰਦੇ ਅਗਲੇ ਦਿਨ ਉੱਠ ਕੇ, ਇਦਾਂ ਕਿਉਂ ਹੋ ਜਾਂਦਾ? ਕਿਉਂਕਿ ਕਈਆਂ ਲੋਕਾਂ ਦੇ ਵਿੱਚ ਨਾ ਲੈਕਟੋਸ ਇੰਟੋਲਰੈਂਸ ਹੁੰਦੀ ਹੈ, ਉਹਨੂੰ ਜਿਹੜਾ ਲੈਕਟੋਸ ਦੁੱਧ ਦੇ ਵਿੱਚ ਇੰਜ਼ਾਈਮ ਹੁੰਦਾ ਨਾ ਲੈਕਟੋਸ, ਉਹ ਡਾਈਜੈਸਟ ਨਹੀਂ ਕਰ ਪਾਉਂਦੇ। ਤੇ ਇਹ ਲੋਕਾਂ ਨੂੰ ਜਾਂ ਤੇ ਜਿਹੜਾ ਲੈਕਟੋਸ ਫ੍ਰੀ ਦੁੱਧ ਹੁੰਦਾ ਉਹ ਲੈਣਾ ਚਾਹੀਦਾ, ਜਿੱਦਾਂ ਕਿ ਸੋਇਆ ਦਾ ਮਿਲਕ ਹੋ ਗਿਆ ਜਾਂ ਆਲਮੰਡ ਮਿਲਕ ਹੋ ਗਿਆ, ਫਿਰ ਇਹ ਲੈਣਾ ਚਾਹੀਦਾ। ਕਈ ਲੋਕ ਨਹੀਂ ਡਾਈਜੈਸਟ ਕਰ ਪਾਉਂਦੇ, ਲੈਕਟੋਸ ਇੰਟੋਲਰੈਂਸ ਹੁੰਦੇ ਤਾਂ ਕਈ ਬੱਚਿਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ, ਬੱਚੇ ਨਹੀਂ ਡਾਈਜੈਸਟ ਕਰ ਪਾਉਂਦੇ ਕਿ ਲੈਕਟੋਸ ਵਾਲਾ ਦੁੱਧ ਪੀ ਲੈਂਦੇ ਆ ਤੇ ਨਾਲ ਹੀ ਉਹਨਾਂ ਦਾ ਪੇਟ ਖਰਾਬ ਹੋ ਜਾਂਦਾ। ਜੀ ਜੀ। ਤੇ ਇੱਕ ਹੋਰ ਜਿਹੜੀ ਪ੍ਰੋਬਲਮ ਹੈ ਉਹ ਹੈ ਡਰਾਈ ਸਕਿਨ ਦੀ। ਡਰਾਈ ਸਕਿਨ ਜੇ ਰਹਿੰਦੀ ਹੈ ਸਰਦੀਆਂ ਦੇ ਵਿੱਚ ਲਗਾਤਾਰ, ਤੇ ਇਹਦੇ ਲਈ ਕੀ ਕੀਤਾ ਜਾ ਸਕਦਾ? ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤੁਸੀਂ ਆਪਣੀ ਡਾਈਟ ਵਿੱਚ ਜਿਹੜੀ ਵੀ ਮੋਇਸਟ ਚੀਜ਼ਾਂ ਹੈਗੀਆਂ, ਘਿਓ ਹੈਗਾ, ਇਹ ਤੁਸੀਂ ਆਪਣੀ ਡਾਈਟ ਵਿੱਚ ਇਨਕੋਰਪੋਰੇਟ ਕਰੋ, ਕਿਉਂਕਿ ਇਹਦੇ ਨਾਲ ਹੀ ਤੁਹਾਡੀ ਜਿਹੜੀ ਸਕਿਨ ਆ ਗਲੋ ਵੀ ਕਰੂਗੀ, ਪਲੱਸ ਤੁਹਾਡੀ ਜਿਹੜੀ ਡਰਾਈਨੈਸ ਓਵਰਕਮ ਹੋਊਗੀ। ਕਿਉਂਕਿ ਜਿੰਨਾ ਵੀ ਵਾਤ ਐਗਰੀਵੇਟ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਉਹ ਤੁਸੀਂ ਅਵੋਇਡ ਕਰੋ, ਯਾਨੀ ਕਿ ਪੰਜੈਂਟ ਹੋ ਗਿਆ, ਬਿਟਰ ਤੇ ਐਸਟ੍ਰਿੰਜੈਂਟ ਟੇਸਟ ਦੀਆਂ ਚੀਜ਼ਾਂ ਨਾ ਉਹ ਤੁਸੀਂ ਅਵੋਇਡ ਕਰੋ। ਤੁਸੀਂ ਸਵੀਟਸ, ਸਾਰ ਤੇ ਸਾਲਟੀ ਚੀਜ਼ਾਂ ਤੁਸੀਂ ਲਓ। ਜੀ ਬਿਲਕੁਲ ਠੀਕ ਹੈ। ਤੇ ਜਿਸ ਤਰ੍ਹਾਂ ਐਸਾ ਹੀ ਡਰਾਈ ਸਕਿਨ ਹੋ ਗਈ, ਫਿਰ ਅਸੀਂ ਦੇਖਦੇ ਹਾਂ ਲਿਪਸ ਵੀ ਕ੍ਰੈਕ ਹੋ ਜਾਂਦੇ ਹੈ ਨਾ, ਫਟੇ ਹੋਟਾਂ ਦੀ ਪ੍ਰੋਬਲਮ, ਅੱਡੀਆਂ ਫਟ ਜਾਂਦੀਆਂ ਸਰਦੀਆਂ ਦੇ ਵਿੱਚ। ਤੇ ਇਹਨਾਂ ਸਾਰਿਆਂ ਲਈ ਅਸੀਂ ਡਾਈਟ ਤਾਂ ਸਾਨੂੰ ਚੰਗੀ ਲੈਣੀ ਹੀ ਚਾਹੀਦੀ ਹੈ, ਨਾਲ ਦੀ ਨਾਲ ਕੁਝ ਐਸੀ ਚੀਜ਼ ਵੀ ਆਯੁਰਵੇਦ ਦਾ ਕਹਿੰਦਾ ਕਿ ਜੇ ਅਸੀਂ ਫਟੇ ਹੋਟਾਂ ਤੇ ਲਗਾਈਏ ਜਾਂ ਡਰਾਈ ਸਕਿਨ ਤੇ ਲਗਾਈਏ, ਅਸੀਂ ਆਪਣੀ ਅੱਡੀਆਂ ਤੇ ਲਗਾਈਏ ਤੇ ਜਲਦੀ ਰਿਪੇਅਰ ਹੋ ਸਕਦਾ। ਤੁਸੀਂ ਜਸਟ ਆਪਣੀ ਨੇਵਲ ਦੇ ਵਿੱਚ ਨਾ ਆਇਲ ਲਗਾ ਸਕਦੇ ਹੋ, ਸਰਸੋਂ ਦਾ ਆਇਲ ਲਗਾ ਲਓ, ਜਾਂ ਫਿਰ ਤੁਸੀਂ ਨਾਗਰ ਮੋਥਾ ਦਾ ਆਇਲ ਆਉਂਦਾ, ਜਾਂ ਤੁਸੀਂ ਤਿਲ ਦਾ ਤੇਲ ਹੁੰਦਾ, ਸਸਤਾ ਆਇਲ ਹੁੰਦਾ, ਤੁਸੀਂ ਉਹ ਲਗਾ ਲਓ। ਤੁਹਾਡੀ ਇਹ ਤਿੰਨੋਂ ਪ੍ਰੋਬਲਮ ਜਿਹੜੀਆਂ ਸਹੀ ਸਬਸਾਈਡ ਹੋ ਜਾਂਦੀਆਂ। ਕਿਉਂਕਿ ਕਈਆਂ ਦੇ ਤੁਸੀਂ ਦੇਖਿਆ ਹੋਣਾ ਕਿ ਨੋਜ਼ ਦੇ ਅੰਦਰ ਵੀ ਡਰਾਈਨੈਸ ਆ ਜਾਂਦੀ ਹੈ, ਉਹ ਵੀ ਇਸੇ ਕਰਕੇ ਕਿਉਂਕਿ ਵਾਤ ਇਨਵਾਇਰਨਮੈਂਟ ਦੇ ਵਿੱਚ ਵਾਤ ਬਹੁਤ ਜ਼ਿਆਦਾ, ਹੁਣ ਜਿਹੜਾ ਸੀਜ਼ਨ ਚੱਲ ਹੀ ਰਿਹਾ ਵਾ ਤੇ ਇਹਦੇ ਵਿੱਚ ਹੀ ਵਾਤ ਤੁਸੀਂ ਦੇਖਿਆ ਹੋਣਾ ਬਹੁਤ ਐਗਰੀਵੇਟਡ ਆ ਤੇ ਸਾਨੂੰ ਡਰਾਈਨੈਸ ਸ਼ੁਰੂ ਹੋ ਜਾਂਦੀ। ਡਰਾਈਨੈਸ ਮੈਂ ਦੇਖਿਆ ਕਈਆਂ ਦੀ ਇੰਨੀ ਜ਼ਿਆਦਾ ਵੱਧ ਜਾਂਦੀ, ਡੈਂਡਰਫ ਹੋ ਜਾਂਦਾ। ਹਾਂਜੀ ਬਿਲਕੁਲ ਜੀ, ਡੈਂਡਰਫ ਦੀ ਬਹੁਤ ਸਮੱਸਿਆ ਆ ਜਾਂਦੀ ਹੈ। ਡੈਂਡਰਫ ਹੀ ਇਸੇ ਕਰਕੇ ਕਿਉਂਕਿ ਵਾਤ ਐਗਰੀਵੇਟਡ ਹੈ, ਇਸ ਕਰਕੇ ਮਤਲਬ ਜਿਹੜੇ ਫਲੇਕਸ ਬਣਨੇ ਸ਼ੁਰੂ ਹੋ ਜਾਂਦੇ। ਤੇ ਜਿਸ ਤਰ੍ਹਾਂ ਅਸੀਂ ਲਗਾਤਾਰ ਖਾਣ ਪੀਣ ਦੀ ਗੱਲ ਕਰ ਰਹੇ, ਬਹੁਤ ਸਾਰੀਆਂ ਚੀਜ਼ਾਂ ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸਿਆ, ਤੇ ਇਹ ਵੀ ਹੈ ਕਿ ਜੇ ਅਸੀਂ ਸਰਦੀਆਂ ਦੇ ਵਿੱਚ ਜਿੱਦਾਂ ਖਾਣ ਪੀਣ ਜ਼ਿਆਦਾ ਹੋ ਜਾਂਦਾ ਹੈ ਨਾ, ਤੇ ਚੱਲਣਾ ਫਿਰਨਾ ਘੱਟ ਹੋ ਜਾਂਦਾ ਹੈ, ਤੇ ਵਜ਼ਨ ਵੀ ਸਾਡਾ ਵੱਧ ਜਾਂਦਾ। ਤੇ ਕਈ ਲੋਕ ਇਦਾਂ ਕਹਿੰਦੇ ਨੇ ਕਿ ਅਸੀਂ ਘੱਟ ਖਾਈਏ ਤਾਂ ਵੀ ਸਰਦੀਆਂ ਦੇ ਵਿੱਚ ਸਾਡਾ ਵਜ਼ਨ ਨਹੀਂ ਘਟਦਾ, ਇਹ ਕੋਈ ਰੀਜ਼ਨ ਹੋ ਸਕਦਾ? ਜੀ ਨਹੀਂ, ਸਰਦੀਆਂ ਦੇ ਵਿੱਚ weight loss ਜਲਦੀ ਹੁੰਦਾ। ਅੱਛਾ, ਜਲਦੀ ਹੁੰਦਾ? ਅਗਰ ਤੁਸੀਂ ਕਿਸੇ ਨੇ weight loss ਕਰਨਾ ਨਾ, ਅਗਰ ਸਰਦੀ ਦੇ ਵਿੱਚ weight loss ਕਰੋਗੇ ਤੇ ਜਲਦੀ ਹੁੰਦਾ, ਕਿਉਂਕਿ ਤੁਹਾਡੀ ਬਾਡੀ ਦੇ ਵਿੱਚ ਨਾ ਅੰਦਰ ਵੀ ਹੀਟ ਆਏਗੀ ਤੇ ਤੁਹਾਡੀ ਬਾਡੀ ਜਿਹੜੀ ਨਾ ਅੰਦਰ ਕਹਿ ਲਓ ਕੈਲਰੀਜ਼ ਬਰਨ ਹੁੰਦੀਆਂ, ਇਸ ਕਰਕੇ ਜਿਹੜਾ weight loss ਆ ਸਰਦੀ ਦੇ ਵਿੱਚ ਜਲਦੀ ਹੁੰਦਾ। ਅੱਛਾ, ਇੱਕ ਮਿਥ ਹੀ ਆ ਕਿ ਨਹੀਂ ਸਮਰ ਵਿੱਚ ਸਾਡਾ ਪਸੀਨਾ ਆ ਰਿਹਾ ਤੇ ਸਾਡਾ weight loss ਜਲਦੀ ਹੋਊਗਾ। ਕਿ ਸਰਦੀ 'ਚ ਤੁਸੀਂ ਥੋੜਾ ਜਿਹਾ ਵਰਕਆਊਟ ਕਰ ਲਓ, ਨਾਲ ਤੁਸੀਂ ਥੋੜੀ ਆਪਣੀ ਡਾਈਟ 'ਤੇ ਧਿਆਨ ਦੇ ਲਓ ਤੇ ਤੁਹਾਡਾ ਸਰਦੀ 'ਚ weight loss ਜਲਦੀ ਹੋਊਗਾ।
ਪਰ ਅਸੀਂ ਆਮ ਤੌਰ ਤੇ ਦੇਖਿਆ ਕਿ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਅਸੀਂ ਬਾਹਰ ਨਿਕਲੀਏ, ਪਾਰਕਸ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ, ਸੈਰ ਚੱਲ ਰਹੀ ਹੁੰਦੀ ਹੈ, ਯੋਗਾ ਚੱਲ ਰਿਹਾ ਹੁੰਦਾ, ਸਰਦੀ ਦੇ ਵਿੱਚ ਘਟ ਜਾਂਦੇ ਨੇ ਘਟ ਜਾਂਦਾ, ਹਾਂਜੀ, ਕਿਉਂਕਿ ਦਿਲ ਹੀ ਨਹੀਂ ਕਰਦਾ ਹੁੰਦਾ, ਦਿਲ ਨਹੀਂ ਕਰਦਾ, ਥੋੜਾ ਲੱਗਦਾ ਕਿ ਆਲਸ ਜਿੱਦਾਂ ਆ ਜਾਂਦਾ, ਦਿਲ ਨਹੀਂ ਕਰਦਾ ਹੁੰਦਾ। ਬਟ ਅਗਰ ਕੋਸ਼ਿਸ਼ ਕਰੀਏ ਤੇ ਇਹ ਬੈਸਟ ਮੰਥ ਹੁੰਦਾ ਅਕੋਰਡਿੰਗ ਟੂ ਆਯੁਰਵੇਦਾ, ਇਹ ਬੈਸਟ ਮੰਥ ਹੈ ਦਸੰਬਰ ਤੋਂ ਜਨਵਰੀ, ਤੁਸੀਂ weight loss ਕਰ ਸਕਦੇ ਹੋ ਜੀ। ਤੇ ਡਾਕਟਰ ਸਾਹਿਬ ਤੁਸੀਂ ਬੜੀ ਵਧੀਆ ਗੱਲਾਂ ਸਾਡੇ ਦਰਸ਼ਕਾਂ ਨੂੰ ਦੱਸੀਆਂ, ਤੁਸੀਂ ਸਾਡੇ ਪੰਜਾਬ 1 ਟੀਵੀ ਦੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।